Yes, please. So good morning, sir. Good morning. Good morning, sir. Good morning, ji. Good morning. Good morning. Good morning, everyone. Good Let morning, sir. Good morning, ji. Good morning, sir. Good morning. Good morning. And let us start. Today we will discuss NAPSILA examination paper number 3, Punjab Tenancy Act 1887। ये पंजाब लैंड रेवेन्यू एक्ट 1887 ਚ ਬਣਿਆ ਸੀਗਾ। ਇਹ ਜਿਹੜਾ ਪੰਜਾਬ ਟੈਨੈਂਸੀ ਐਕਟ ਹੈ ਇਹ ਵੀ 1887 ਚ ਬਣਿਆ ਸੀ ਫॉर ਦਾ ਟੂ ਸੈਟਲ ਦਾ ਡਿਸਪਿਊਟਸ ਆਫ ਦਾ ਲੈਂਡਲॉर्ड ਐਂਡ ਦਾ ਟੈਨੈਂਟਸ। ਅੱਜ ਅਸੀਂ ਪੜਾਂਗੇ ਸੈਕਸ਼ਨ ਨੰਬਰ 100 ਤੋਂ 90। ਪਿਛਲਾ ਲੈਕਚਰ ਸਾਡਾ ਸੈਕਸ਼ਨ 99 ਤੱਕ ਸੀਗਾ। 100 ਸੈਕਸ਼ਨ ਕੀ ਕਹਿੰਦਾ ਹੈ? ਆਪਣੀ ਆਪਣੀ ਬੁੱਕਸ ਨਿਕਾਲ ਲਓ ਜੀ। ਲੈਂਡ ਪੰਜਾਬ ਟੈਨੈਂਸੀ ਐਕਟ 1887 section 100 power of high court to validate proceedings held under mistake as to the jurisdiction। सिविल कोर्ट है, रेवेन्यू कोर्ट है, ठीक है। कोई कोर्ट विद मिस्टेक ऑफ द जुरिसडिक्शन मे भी सिविल कोर्ट है। सिविल कोर्ट ਕੋਲੇ ਕੋਈ ਮੁਕੱਦਮਾ ਚੱਲਦਾ ਸੀ, ਹੈਗਾ ਸੀ ਉਹ ਰੈਵਨਿਊ ਕੋਰਟ ਦੇ ਨਾਲ ਸੰਬੰਧਿਤ, ਪਰ ਸਿਵਲ ਕੋਰਟ ਨੇ ਉਹਨੂੰ ਡਿਟਰਮਿਨ ਕਰ ਲਿਆ, ਉਹਨੂੰ ਫੈਸਲਾ ਕਰ ਦਿੱਤਾ, ਠੀਕ ਹੈ। ਜਾਂ ਫਿਰ ਇਫ ਇਟ ਅਪੀਅਰਸ ਟੂ ਰੈਵਨਿਊ ਕੋਰਟ, ਜੇ ਰੈਵਨਿਊ ਕੋਰਟ ਕੋਲੇ ਕੋਈ ਮੁਕੱਦਮਾ ਚੱਲਦਾ ਸੀ, ਹੈਗਾ ਸੀ ਉਹ ਸਿਵਲ ਕੋਰਟ ਦੇ ਅਧਿਕਾਰ ਖੇਤਰ ਦਾ, ਪਰ ਰੈਵਨਿਊ ਕੋਰਟ ਨੇ ਉਸਨੂੰ ਸੁਣ ਲਿਆ, ਠੀਕ ਹੈ ਜੀ। ਤਾਂ ਇਹਦੇ ਵਿੱਚ ਕੀ ਹੈਗਾ? ਦ ਸਿਵਲ ਕੋਰਟ ਔਰ ਦ ਰੈਵਨਿਊ ਕੋਰਟ ਐਜ਼ ਦ ਕੇਸ ਮੇ ਬੀ ਸ਼ੈਲ ਸਬਮਿਟ ਦ ਰਿਕਾਰਡ ਆਫ ਦ ਸੂਟ ਟੂ ਦ ਹਾਈ ਕੋਰਟ। ਜੁਰਿਸਡਿਕਸ਼ਨ ਨਹੀਂ ਸੀ ਹੈਗੀ ਸਿਵਲ ਕੋਰਟ ਦੀ, ਕੇਸ ਸੀ ਰੈਵਨਿਊ ਕੋਰਟ ਦਾ, ਸਿਵਲ ਕੋਰਟ ਨੇ ਸੁਣ ਲਿਆ। ਜਾਂ ਫਿਰ ਕੇਸ ਸੀ ਸਿਵਲ ਕੋਰਟ ਦਾ, ਰੈਵਨਿਊ ਕੋਰਟ ਨੇ ਸੁਣ ਲਿਆ। ਇਸ ਕੇਸ ਦੇ ਵਿੱਚ ਕੀ ਹੋਏਗਾ? ਕੰਸਰਨਡ ਕੋਰਟ ਮੇ ਵੀ ਸਿਵਲ ਕੋਰਟ ਮੇ ਵੀ ਰੈਵਨਿਊ ਕੋਰਟ ਆਪਣਾ ਜਿਹੜਾ ਰਿਕਾਰਡ ਹੈਗਾ ਉਸ ਨੂੰ ਜਿਹੜਾ ਹੈਗਾ ਹਾਈ ਕੋਰਟ ਕੋ ਸਬਮਿਟ ਕਰੇਗੀ ਥਰੂ ਦਾ ਆਪਣੇ ਸੁਪੀਰੀਅਰਸ। ਹਾਈ ਕੋਰਟ ਭੇਜਿਆ ਜਾਵੇਗਾ। ਸਬਸੈਕਸ਼ਨ 2 ਦੇ ਵਿੱਚ ਕੀ ਕਿਹਾ ਗਿਆ? ਇਫ ਔਨ ਦਾ ਪਰੂਜ਼ਲ ਆਫ ਦਾ ਰਿਕਾਰਡ ਇਟ ਅਪੀਅਰਸ ਟੂ ਦਾ ਹਾਈ ਕੋਰਟ ਦੈਟ ਦਾ ਸੂਟ ਵਾਸ ਸੋ ਡਿਟਰਮਾਈਨ ਗੁੱਡ ਫੇਥ। ਜਦੋਂ ਰਿਕਾਰਡ ਨੂੰ ਦੇਖ ਕੇ ਕੋਰਟ ਨੂੰ ਲੱਗੇ, ਹਾਈ ਕੋਰਟ ਨੂੰ ਲੱਗੇ ਵੀ ਜਿਹੜਾ ਇਹ ਫੈਸਲਾ ਕੀਤਾ ਗਿਆ, ਡਿਟਰਮਿਨ ਕੀਤਾ ਕੇਸ ਸਿਵਲ ਕੋਰਟ ਨੇ ਜਾਂ ਰੈਵਨਿਊ ਕੋਰਟ ਨੇ ਇਹ ਗੁੱਡ ਫੇਥ ਦੇ ਵਿੱਚ ਕੀਤਾ ਹੈਗਾ, ਤਾਂ ਹਾਈ ਕੋਰਟ ਮੇ ਆਰਡਰ that the decree be registered in the court which has jurisdiction। ਜਿਹੜੀ ਇਹ ਡਿਗਰੀ ਪਾਸ ਕੀਤੀ ਗਈ ਹੈ, ਇਸ ਨੂੰ ਕੰਸਰਨ ਕੋਰਟ ਦੇ ਵਿੱਚ ਜਿਹੜਾ ਅਧਿਕਾਰ ਖੇਤਰ ਬਣਦਾ ਸੀਗਾ, ਜਿਹੜੀ ਕੋਰਟ ਦਾ ਅਧਿਕਾਰ ਖੇਤਰ ਬਣਦਾ ਸੀਗਾ, ਮੇ ਵੀ ਫੈਸਲਾ ਕਰਤਾ ਸਿਵਲ ਕੋਰਟ ਨੇ, ਅਧਿਕਾਰ ਖੇਤਰ ਸੀ ਰੈਵਨਿਊ ਕੋਰਟ ਦਾ। ਜਿਹੜੀ ਇਹ ਡਿਗਰੀ ਪਾਸ ਹੋਈ ਹੈ, ਇਸ ਨੂੰ ਕੰਸਰਨ ਕੋਰਟ ਦੇ ਵਿੱਚ ਜਿਹਦਾ ਅਧਿਕਾਰ ਖੇਤਰ ਦੀ ਇਹ ਡਿਗਰੀ ਬਣਦੀ ਸੀ ਉੱਥੇ ਰਜਿਸਟਰ ਕੀਤਾ ਜਾਵੇ। ਇਸ ਸੰਬੰਧੀ ਕੀ ਹੋਏਗਾ? ਸਬਸੈਕਸ਼ਨ 3 ਦੇ ਵਿੱਚ ਕੀ ਕਿਹਾ ਗਿਆ? ਇਫ ਇਟ ਅਪੀਅਰਸ ਟੂ ਦ ਹਾਈ ਕੋਰਟ ਅਦਰਵਾਈਜ਼ ਦੈਨ ਔਨ ਦ ਸਬਮਿਸ਼ਨ ਆਫ ਦਾ ਰਿਕਾਰਡ ਅੰਡਰ ਸਬਸੈਕਸ਼ਨ 1। ਜੇ ਬਗੈਰ ਰਿਕਾਰਡ ਸਬਮਿਟ ਕੀਤੇ ਹਾਈ ਕੋਰਟ ਨੂੰ ਕਿਤੇ ਲੱਗਦਾ ਹੈਗਾ ਵੀ ਜਿਹੜਾ ਕੇਸ ਕੋਈ ਫੈਸਲਾ ਕੀਤਾ ਹੈ, ਸਿਵਲ ਕੋਰਟ ਅੰਡਰ ਇਟਸ ਕੰਟਰੋਲ ਹੈਜ਼ ਡਿਟਰਮਾਈਨ, ਸਿਵਲ ਕੋਰਟ ਨੇ ਕੋਈ ਜਿਹੜਾ ਹੈਗਾ ਰੈਵਨਿਊ ਕੋਰਟ ਦਾ ਜਿਹੜਾ ਕੋਈ ਫੈਸਲਾ ਕਰ ਦਿੱਤਾ, ਠੀਕ ਹੈ, ਤਾਂ ਹਾਈ ਕੋਰਟ ਮੇ ਪਾਸ ਐਨੀ ਆਰਡਰ ਵਿਚ ਇਟ ਮਾਈਟ ਹੈਵ ਪਾਸਡ। ਜੋ ਵੀ ਹਾਈ ਕੋਰਟ ਨੂੰ ਲੱਗਦਾ ਹੈ ਉਹ ਹਾਈ ਕੋਰਟ ਆਰਡਰ ਪਾਸ ਕਰ ਸਕਦੀ ਹੈ। ਇਫ ਦਾ ਰਿਕਾਰਡ ਹੈਡ ਬੀਨ ਸਬਮਿਟਡ ਟੂ ਇਟ ਅੰਡਰ ਦੈਟ ਸਬਸੈਕਸ਼ਨ, ਮੇ ਵੀ ਰਿਕਾਰਡ ਸਬਮਿਟ ਕੀਤਾ ਹੋਵੇ ਨਾ ਕੀਤਾ ਹੋਵੇ, ਪਰ ਇਹ ਸਮਝ ਕੇ ਵੀ ਹਾਂ ਰਿਕਾਰਡ ਮੇਰੇ ਕੋਲ ਆ ਚੁੱਕਿਆ ਹੈ, ਇਹ ਸਪੋਜ਼ ਕਰਦੇ ਹੋਏ ਹਾਈ ਕੋਰਟ ਨੂੰ ਜਦੋਂ ਪਤਾ ਲੱਗੇ ਕਿਸੇ ਸਿਵਲ ਕੋਰਟ ਨੇ ਜਿਹੜਾ ਹੈਗਾ ਰੈਵਨਿਊ ਕੋਰਟ ਦੇ ਕੇਸ ਦਾ ਫੈਸਲਾ ਕੀਤਾ ਹੈਗਾ, ਤਾਂ ਹਾਈ ਕੋਰਟ ਕੋਈ ਇਦਾਂ ਦਾ ਆਰਡਰ ਕਰ ਸਕਦੀ ਹੈ। ਕੀ ਆਰਡਰ ਕਰੇਗਾ? ਇਹ ਆਰਡਰ ਕਰਿਆ ਜਾਏਗਾ ਵੀ ਇਹ ਜਿਹੜਾ ਕੇਸ ਹੈਗਾ ਇਹ ਰੈਵਨਿਊ ਕੋਰਟ ਦੇ ਵਿੱਚ ਜਾ ਕੇ ਰਜਿਸਟਰ ਕਰ ਦਿੱਤਾ ਜਾਵੇ। ਸਬਸੈਕਸ਼ਨ 4 'ਚ ਕੀ ਕਿਹਾ ਗਿਆ? With respect to any proceedings subsequent to decree, the High Court may make such orders for its decision in a revenue court or civil court। ਜਿਸ ਵੀ ਕੋਰਟ ਦੇ ਕੇਸ ਨਾਲ ਸੰਬੰਧਿਤ ਕੇਸ ਸੀਗਾ, ਜਿਹਦਾ ਵੀ ਅਧਿਕਾਰ ਖੇਤਰ ਬਣਦਾ ਸੀਗਾ, ਫੈਸਲਾ ਚਾਹੇ ਕਿਸੇ ਕੋਰਟ ਨੇ ਕਰ ਦਿੱਤਾ ਹੋਵੇ, ਤਾਂ ਉਸ ਕੋਰਟ ਦੇ ਵਿੱਚ ਜਿਹਦਾ ਅਧਿਕਾਰ ਖੇਤਰ ਬਣਦਾ ਹੈ ਉੱਥੇ ਉਹ ਕੇਸ ਨੂੰ, ਉਸ ਡਿਗਰੀ ਨੂੰ ਰਜਿਸਟਰ ਕਰ ਦਿੱਤਾ ਜਾਂਦਾ ਹੈ। ਸਬਸੈਕਸ਼ਨ 5 ਦੇ ਵਿੱਚ ਕੀ ਕਿਹਾ ਗਿਆ? ਐਨੀ ਆਰਡਰ of the High Court under this section shall be conclusive as against persons who were not parties to the suit or proceeding as well as against persons who are the parties to the suit। The order relates shall have effect। ਇਹ ਜਿਹੜਾ ਆਰਡਰ ਹੋਏਗਾ, ਜਿਹੜਾ ਵੀ ਚਾਹੇ ਸਿਵਲ ਕੋਰਟ ਨੇ ਪਾਸ ਕਰਤਾ ਚਾਹੇ ਰੈਵਨਿਊ ਕੋਰਟ ਨੇ ਪਾਸ ਕਰ ਦਿੱਤਾ, ਇਹ ਪ੍ਰਜ਼ੂਮ ਕਰ ਲਿਆ ਜਾਵੇਗਾ ਜਿੱਥੇ ਜਾ ਕੇ ਰਜਿਸਟਰਡ ਹੋ ਗਿਆ ਵੀ ਉਸੇ ਕੋਰਟ ਨੇ ਇਹ ਫੈਸਲਾ ਕੀਤਾ ਹੈ। ਜਿੱਥੇ ਜਾ ਕੇ ਰਜਿਸਟਰਡ ਹੋਵੇਗਾ ਵੀ ਉਸੇ ਕੋਰਟ ਨੇ ਇਹ ਫੈਸਲਾ ਕੀਤਾ, ਉਹਦੇ ਅਕੋਰਡਿੰਗ ਹੀ ਫਿਰ ਉਹਦੀ ਅਪੀਲ ਵਗੈਰਾ ਜੇ ਫਾਈਲ ਹੋਣੀ ਹੈ ਫਰਦਰ ਉਸੇ ਕੋਰਟ 'ਚ ਫਾਈਲ ਹੋਏਗੀ
ਮੇ ਵੀ ਫੈਸਲਾ ਕੀਤਾ ਹੋਵੇ ਰੈਵਨਿਊ ਕੋਰਟ ਨੇ, ਕੇਸ ਜਾ ਕੇ ਰਜਿਸਟਰ ਕਰ ਦਿੱਤਾ ਗਿਆ ਸਿਵਲ ਕੋਰਟ ਦੇ ਵਿੱਚ, ਸਿਵਲ ਨੇਚਰ ਦਾ ਕੇਸ ਸੀਗਾ, ਫਿਰ ਸਿਵਲ ਨੇਚਰ ਦੇ ਵਿੱਚ ਜਿਹੜੀ ਅਪੀਲ ਹੋਏਗੀ ਉਹ ਐਡੀਸ਼ਨਲ ਸੈਸ਼ਨ ਜੱਜ ਦੇ ਕੀਤੀ ਜਾਵੇਗੀ। ਨੈਕਸਟ ਚਲੋ। ਸੈਕਸ਼ਨ 101 ਹੈਗਾ ਪਲੇਸ ਆਫ ਸਿਟਿੰਗ। ਪਲੇਸ ਆਫ ਸਿਟਿੰਗ ਕੀ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਜਿਹਦਾ ਅਧਿਕਾਰ ਖੇਤਰ ਹੈਗਾ ਡਿਸਟ੍ਰਿਕਟ ਦੀ ਜਿਹੜੀ ਪਲੇਸ ਆਫ ਸਿਟਿੰਗ ਹੈਗਾ, ਡਿਸਟ੍ਰਿਕਟ ਕਲੈਕਟਰ ਜਾਂ ਅਸਿਸਟੈਂਟ ਕਲੈਕਟਰ ਪੂਰਾ ਡਿਸਟ੍ਰਿਕਟ ਉਹਦੇ ਅੰਡਰ ਆ ਜਾਂਦਾ ਹੈਗਾ। ਇਸੇ ਤਰੀਕੇ ਜਿਹੜੇ ਰੈਵਨਿਊ ਆਫੀਸਰ ਹੁੰਦੇ ਆ, ਰੈਵਨਿਊ ਆਫੀਸਰ ਜਾਂ ਰੈਵਨਿਊ ਕੋਰਟ ਮੇ ਓਨਲੀ ਐਕਸਰਸਾਈਜ਼ ਜੁਰਿਸਡਿਕਸ਼ਨ ਇਨ ਦਾ ਮਤਲਬ ਕਿ ਲਿਮਿਟ ਜਿਹੜੀ ਉਹਦੀ ਹੁੰਦੀ ਹੈ, ਜਿਵੇਂ ਕੋਈ ਕਾਨੂੰਗੋਈ ਮਿਲੀ ਹੁੰਦੀ ਹੈ ਕਿਸੇ ਤਹਿਸੀਲਦਾਰ ਨੂੰ, ਇਹ ਕੁਝ ਕਾਨੂੰਗੋਈ ਨਾਇਬ ਤਹਿਸੀਲਦਾਰ ਨੂੰ ਮਿਲੇ ਹੁੰਦੇ ਆ, ਆਪਦੇ ਅਧਿਕਾਰ ਖੇਤਰ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਹੈ ਜੁਰਿਸਡਿਕਸ਼ਨ ਹੁੰਦੀ ਆ, ਆਪਦੇ ਅਧਿਕਾਰ ਖੇਤਰ ਕਿਸੇ ਵੀ ਪਿੰਡ 'ਚ ਜਾ ਕੇ ਜੇ ਕੋਈ ਫੈਸਲਾ ਕਰਨਾ ਕੋਈ ਕੀਤਾ ਜਾ ਸਕਦਾ ਹੈਗਾ ਰੈਵਨਿਊ ਆਫੀਸਰ ਵੱਲੋਂ। ਹੌਲੀਡੇਜ਼ ਦੀ ਗੱਲ ਕੀਤੀ ਗਈ, ਜਿਵੇਂ ਲੈਂਡ ਰੈਵਨਿਊ ਐਕਟ ਦੀ ਸੈਕਸ਼ਨ 24 'ਚ ਅਸੀਂ ਪੜ੍ਹਿਆ ਸੀਗਾ। ਹੌਲੀਡੇਜ਼ ਦੀ ਜਿਹੜੀ ਲਿਸਟ ਹੈਗੀ ਹੈ ਫਾਈਨੈਂਸ਼ੀਅਲ ਕਮਿਸ਼ਨਰ ਵੱਲੋਂ ਜਾਰੀ ਕੀਤੀ ਜਾਂਦੀ ਹੈ। ਸਬਸੈਕਸ਼ਨ 2 ਦੇ ਵਿੱਚ ਨਾਲ ਕਿਹਾ ਗਿਆ ਵੀ ਜੇਕਰ ਪਰ ਚਾਂਸ ਕਿਸੇ ਕਾਰਨ ਤੁਹਾਡੇ ਤੋਂ ਹੌਲੀਡੇਜ਼ ਦੇ ਅੰਦਰ ਕੋਈ ਕੰਮ ਕਰ ਦਿੱਤਾ ਗਿਆ, ਠੀਕ ਹੈ, ਤਾਂ ਉਸ ਨੂੰ ਇਸ ਬਿਹਾਫ ਤੇ ਵੀ ਇਹ ਤੁਸੀਂ ਹੌਲੀਡੇਜ਼ ਦੇ ਦਿਨ ਦੇ ਵਿੱਚ ਕੰਮ ਕਿਉਂ ਕੀਤਾ ਹੈਗਾ ਤਾਂ ਉਸ ਨੂੰ ਇਨਵੈਲਿਡ ਨਹੀਂ ਕਿਹਾ ਜਾਏਗਾ ਉਸ ਵਰਕ ਨੂੰ। ਨੈਕਸਟ ਹੈਗਾ ਸੈਕਸ਼ਨ 103 ਪੰਜਾਬ ਲੈਂਡ ਰੈਵਨਿਊ ਐਕਟ 'ਚ ਅਸੀਂ ਪੜ੍ਹ ਕੇ ਗਏ ਸੈਕਸ਼ਨ 25 ਸੇਮ ਹੈਗਾ। ਡਿਸਚਾਰਜ ਆਫ ਦਾ ਡਿਊਟੀਜ਼ ਆਫ ਦਾ ਕਲੈਕਟਰ ਡਾਈਂਗ ਔਰ ਬੀਇੰਗ ਡਿਸੇਬਲਡ। ਜਦੋਂ ਕਿਸੇ ਕਲੈਕਟਰ ਦੀ ਅਚਾਨਕ ਸਡਨ ਡੈਥ ਹੋ ਜਾਂਦੀ ਹੈ ਤਾਂ ਉਸ ਤੋਂ ਜਿਹੜਾ ਵੀ ਐਗਜ਼ੀਕਿਊਟਿੰਗ ਐਡਮਿਨਿਸਟ੍ਰੇਟਰ ਹੁੰਦਾ ਹੈ, ਜਿਵੇਂ ਕਿ ADC ਜਾਂ ਕੋਈ ਹੋਰ ਆਫੀਸਰ, ਸੀਨੀਅਰ ਆਫੀਸਰ ਜਿਹਦੇ ਕੋਲੇ ਵੀ ਕਲੈਕਟਰ ਦੇ ਜਿਹੜੇ ਚਾਰਜ ਆਉਂਦੇ ਆ, ਠੀਕ ਹੈ ਜੀ, ਪਾਵਰਸ ਆਉਂਦੀਆਂ, ਸ਼ੈਲ ਬੀ ਡੀਮ ਟੂ ਬੀ ਕਲੈਕਟਰ, ਉਸ ਨੂੰ ਜਿਹੜਾ ਹੈਗਾ ਡਿਸਟ੍ਰਿਕਟ ਦਾ ਕਲੈਕਟਰ ਪ੍ਰਜ਼ੂਮ ਕੀਤਾ ਜਾਂਦਾ ਹੈਗਾ, ਡੀਮ ਟੂ ਬੀ ਕਲੈਕਟਰ ਅੰਡਰ ਦਿਸ ਐਕਟ। ਨੈਕਸਟ ਹੈਗਾ ਸੈਕਸ਼ਨ 104 ਰਿਟੈਂਸ਼ਨ ਆਫ ਪਾਵਰਸ ਬਾਈ ਦਾ ਰੈਵਨਿਊ ਆਫੀਸਰਸ ਔਨ ਦਾ ਟ੍ਰਾਂਸਫਰ। ਅਕਸਰ ਆਪਾਂ ਦੇਖਦੇ ਹਾਂ ਟ੍ਰਾਂਸਫਰਸ ਹੁੰਦੀਆਂ ਰਹਿੰਦੀਆਂ ਨੇ, ਕੋਈ ਤਹਿਸੀਲਦਾਰ ਦੀ, ਨਾਇਬ ਤਹਿਸੀਲਦਾਰ ਦੀ ਜਾਂ SDM ਦੀ ਕਿਤੇ ਵੀ ਟ੍ਰਾਂਸਫਰ ਹੋ ਜਾਂਦੀ ਹੈਗੀ ਆ, ਤਾਂ ਉਹਦੀਆਂ ਬਾਰ-ਬਾਰ ਪਾਵਰਸ ਜਿਹੜੀਆਂ ਹੈਗੀਆਂ ਉਹਨੂੰ ਬਾਰ-ਬਾਰ ਕਲੈਕਟਰ ਸਟੇਟ ਗਵਰਨਮੈਂਟ ਨੂੰ ਬਾਰ-ਬਾਰ ਜਿਹੜੀਆਂ ਪਾਵਰਸ ਹੈਗੀਆਂ ਨੇ ਉਹ ਦੇਣ ਦੀ ਜ਼ਰੂਰਤ ਨਹੀਂ ਪੈਂਦੀ, ਇਹ ਪਾਵਰਾਂ ਰਿਟੇਨ ਰਹਿੰਦੀਆਂ ਹੈਗੀਆਂ ਨੇ। ਜਿਵੇਂ ਕਿ ਪੰਜਾਬ ਲੈਂਡ ਐਕਟ ਦੇ ਵਿੱਚ ਅਸੀਂ ਪੜ੍ਹਿਆ ਸੀ ਸੈਕਸ਼ਨ 26, ਠੀਕ ਹੈ, ਸੇਮ ਹੀ ਇਹ ਸੈਕਸ਼ਨ ਹੈ, ਸੇਮ ਹੀ ਇਹ ਮਤਲਬ ਕਿ ਪਾਵਰਸ ਉੱਦਾਂ ਹੀ ਹੈਗੀਆਂ ਨੇ, ਬਾਰ-ਬਾਰ ਗਵਰਨਮੈਂਟ ਨੂੰ ਪਾਵਰਾਂ ਦੇਣ ਦੀ ਲੋੜ ਨਹੀਂ ਪੈਂਦੀ, ਰਿਟੇਨ ਰਹਿੰਦੀਆਂ ਜਿੱਥੇ ਮਰਜ਼ੀ ਆ ਕੇ ਟ੍ਰਾਂਸਫਰ ਹੋ ਚੁੱਕੀ ਹੋਵੇ। ਨੈਕਸਟ ਹੈ ਸੈਕਸ਼ਨ 105 ਕਨਫਰਮੈਂਟ ਆਫ ਪਾਵਰਸ ਆਫ ਰੈਵਨਿਊ ਆਫੀਸਰਸ ਔਰ ਰੈਵਨਿਊ ਕੋਰਟਸ। ਜਿਹੜੀਆਂ ਇਹ ਪਾਵਰਾਂ ਕੌਣ ਦਿੰਦਾ ਹੈ? ਸਟੇਟ ਗਵਰਨਮੈਂਟ ਦਿੰਦੀ ਹੈ। The state government may by notification confer on any person all or any of the powers of the financial commissioner, FCR ਦੀਆਂ ਪਾਵਰਸ, ਕਮਿਸ਼ਨਰ ਦੀਆਂ ਪਾਵਰ, ਕਲੈਕਟਰ ਦੀਆਂ ਪਾਵਰਸ, ਠੀਕ ਹੈ, ਸੈਕਸ਼ਨ 105 ਦੇ ਕਲੌਜ਼ A ਦੇ ਤਹਿਤ ਦਿੱਤੀਆਂ ਜਾਂਦੀਆਂ ਨੇ। ਇਸੇ ਤਰੀਕੇ B ਦੇ ਵਿੱਚ ਕੀ ਹੈਗਾ, ਕਲੌਜ਼ B ਦੇ ਵਿੱਚ ਕੀ ਕਿਹਾ ਹੈਗਾ, all or any of the powers with the which assistant collector of either grade, may be first grade, may be second grade, or may be invested thereunder and may be notification withdraw, ਪਾਵਰ ਦਿੱਤੀਆਂ ਵੀ ਜਾਂਦੀਆਂ ਨੇ ਇਸ ਸੈਕਸ਼ਨ ਦੇ ਤਹਿਤ ਤੇ ਪਾਵਰ ਵਿਦਡਰੋ ਵੀ ਕੀਤੀਆਂ ਜਾ ਸਕਦੀਆਂ ਨੇ ਇਸੇ ਸੈਕਸ਼ਨ ਦੇ ਤਹਿਤ। A person on whom powers are conferred under subsection 1 shall exercise those powers within such local limits and in such classes of the cases as, ਕਿਉਂ ਸਟੇਟ ਗਵਰਨਮੈਂਟ ਕਈ ਵਾਰੀ ਕੋਈ ਸਪੈਸ਼ਲ ਪਾਵਰ ਦੇ ਦਿੰਦੇ ਆ ਕਿਸੇ ਸੈਪਰੇਟ ਮਤਲਬ ਕਿ ਕਿਸੇ ਅਧਿਕਾਰੀ ਨੂੰ ਵੀ ਤੁਸੀਂ ਆਹ ਕੇਸ ਦੇਖਣੇ ਹੈਗੇ ਆ, ਜਾਂ ਜਿਹੜਾ ਅਧਿਕਾਰ ਖੇਤਰ ਹੈਗਾ ਆਪਣੇ ਅਧਿਕਾਰ ਖੇਤਰ ਦੇ ਵਿੱਚ ਹੀ ਜਿਹੜੀਆਂ ਪਾਵਰਸ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਉਹ ਯੂਟੀਲਾਈਜ਼ ਕਰ ਸਕਦੇ ਨੇ। ਜਿਹੜਾ ਵੀ ਕੋਈ ਆਫੀਸਰ ਹੈ, ਮੇ ਵੀ ਕਮਿਸ਼ਨਰ ਹੈ, ਮੇ ਵੀ FC ਹੈ, ਮੇ ਵੀ ਅਸਿਸਟੈਂਟ ਕਲੈਕਟਰ ਆਫ ਆਈਦਰ ਗ੍ਰੇਡ ਹੈਗਾ। ਨੈਕਸਟ ਹੈ ਸਬਸੈਕਸ਼ਨ 3 ਦੇ ਵਿੱਚ ਬਿਫੋਰ ਕੰਫਰਿੰਗ ਪਾਵਰਸ ਔਨ ਦਾ ਜੱਜ ਆਫ ਏ ਸਿਵਲ ਕੋਰਟ। ਕਈ ਵਾਰੀ ਕੀ ਹੁੰਦਾ ਸਿਵਲ ਕੋਰਟ ਦੇ ਜੱਜ ਨੂੰ ਵੀ ਪਾਵਰਸ ਦਿੱਤੀਆਂ ਜਾਂਦੀਆਂ ਨੇ ਇਸ ਐਕਟ ਦੇ ਤਹਿਤ, ਠੀਕ ਹੈ, ਪਰ ਜੇਕਰ ਸਿਵਲ ਕੋਰਟ ਦੇ ਜੱਜ ਨੂੰ ਪਾਵਰ ਦੇਣੀਆਂ ਹੋਣ ਤਾਂ ਹਾਈ ਕੋਰਟ ਦਾ ਜਿਹੜਾ ਜੱਜ ਹੈਗਾ ਹਾਈ ਕੋਰਟ ਦੇ ਨਾਲ ਕੰਸਲਟ ਕਰਕੇ ਹੀ ਦਿੱਤੀਆਂ ਜਾਂਦੀਆਂ ਨੇ। ਸਬਸੈਕਸ਼ਨ 4 ਦੇ ਵਿੱਚ ਕੀ ਕਹੇਗਾ, ਇਫ ਐਨੀ ਆਫ ਦਾ ਪਾਵਰਸ ਆਫ ਏ ਕਲੈਕਟਰ ਅੰਡਰ ਸੈਕਸ਼ਨ 78, 79, 80 and 82 are conferred on an assistant collector, they shall, unless the state government by special order otherwise that be exercised by him subject to the control of the collector। ਜਿਹੜੀ ਵੀ ਅਸਿਸਟੈਂਟ ਕਲੈਕਟਰ ਨੂੰ ਜਾਂ ਅਸਿਸਟੈਂਟ ਕਲੈਕਟਰ ਦਾ ਫਸਟ ਗ੍ਰੇਡ ਸੈਕੰਡ ਗ੍ਰੇਡ ਨੂੰ ਕੋਈ ਪਾਵਰਸ ਦਿੱਤੀਆਂ ਜਾਂਦੀਆਂ ਨੇ ਗਵਰਨਮੈਂਟ ਵੱਲੋਂ, ਠੀਕ ਹੈ, ਪਰ ਜਿਹੜੇ ਉਹ ਆਫੀਸਰ ਹੋਣੇ ਉਹ ਵਿਦ ਅੰਡਰ ਦਾ ਕੰਟਰੋਲ ਆਫ ਦਾ ਕਲੈਕਟਰ ਕੰਮ ਕਰਦੇ ਆ। ਬੇਸ਼ੱਕ ਕਈ ਵਾਰੀ ਆਫੀਸਰ ਨੂੰ ਕਿਸੇ ਨੂੰ ਕਲੈਕਟਰ ਦੀਆਂ ਪਾਵਰਾਂ ਦਿੱਤੀਆਂ ਜਾਂਦੀਆਂ ਨੇ,
ਕੋਈ ਸਪੈਸ਼ਲ ਕੰਮ ਕਰਨ ਦੀ ਖਾਤਰ, ਜਿਵੇਂ ਐਸਡੀਐਮਸ ਕੋਲੇ ਕਲੈਕਟਰ ਦੀਆਂ ਪਾਵਰਸ ਹੁੰਦੀਆਂ ਨੇ ਕਈ ਕੇਸਾਂ ਦੇ ਵਿੱਚ, ਜਿਵੇਂ ਪਾਰਟੀਸ਼ਨ ਦੇ ਕੇਸ ਨੇ ਐਸਡੀਐਮ ਕੋਲੇ ਕਲੈਕਟਰ ਦੀਆਂ ਪਾਵਰਸ ਹੁੰਦੀਆਂ ਨੇ, ਠੀਕ ਹੈ। ਪਰ ਉੱਥੇ ਇਹ ਨਹੀਂ ਹੈਗਾ ਵੀ ਮਤਲਬ ਪਾਵਰ ਕਲੈਕਟਰ ਦੀਆਂ ਬੇਸ਼ੱਕ ਆ ਗਈਆਂ, ਪਰ ਅੰਡਰ ਦਾ ਕੰਟਰੋਲ ਆਫ ਦਾ ਕਲੈਕਟਰ, ਡਿਸਟ੍ਰਿਕਟ ਕਲੈਕਟਰ ਦੇ ਅੰਡਰ ਦਾ ਕੰਟਰੋਲ ਦੇ ਵਿੱਚ ਉਹ ਕੰਮ ਕਰਦੇ ਆ ਫਿਰ ਵੀ। ਇੱਥੇ ਇਹਦਾ ਮਤਲਬ ਇੰਨਾ ਹੈ ਕਹਿਣ ਦਾ। ਸੈਕਸ਼ਨ 106 ਪਾਵਰਸ ਆਫ ਦਾ ਫਾਈਨੈਂਸ਼ੀਅਲ ਕਮਿਸ਼ਨਰ ਟੂ ਮੇਕ ਰੂਲਸ, ਇਹ ਅਸੀਂ ਪਹਿਲਾਂ ਹੀ ਪੜ੍ਹ ਕੇ ਗਏ ਹਾਂ। ਸੈਕਸ਼ਨ 46 ਪੜ੍ਹਿਆ ਸੀਗਾ, ਲੈਂਡ ਰੈਵਨਿਊ ਐਕਟ ਦੇ ਵਿੱਚ ਫਾਈਨੈਂਸ਼ੀਅਲ ਕਮਿਸ਼ਨਰ ਕੋਲੇ ਰੂਲਸ ਬਣਾਉਣ ਦੀਆਂ ਪਾਵਰਸ ਹੁੰਦੀਆਂ ਨੇ। ਜਿੱਥੇ ਕਿਤੇ ਸਾਡੇ ਐਕਟ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹੁੰਦੀ, ਪਰ ਅਸੀਂ ਕੰਮ ਕੋਈ ਕਰਨਾ ਹੁੰਦਾ, ਸਾਡੇ ਸਾਹਮਣੇ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਹੈ, ਠੀਕ ਹੈ, make rules consistent with the act and any other enactment for the time being force, record of rights, ਜਮ੍ਹਾਂਬੰਦੀ ਦੇ ਵਿੱਚ ਜਮ੍ਹਾਂਬੰਦੀ ਬਣਾਉਣ ਦੇ ਸੰਬੰਧ ਵਿੱਚ ਕੋਈ ਰੂਲ ਬਣਾਉਣਾ ਹੈਗਾ। ਦਾ ਨੰਬਰ ਐਂਡ ਦਾ ਅਮਾਊਂਟ ਆਫ ਦਾ ਇੰਸਟਾਲਮੈਂਟਸ ਆਫ ਦਾ ਲੈਂਡ ਰੈਵਨਿਊ ਹੈ, ਰੈਂਟ ਹੈ, ਉਹਦੇ ਸੰਬੰਧ ਵਿੱਚ ਗਾਈਡੈਂਸ ਆਫ ਦਾ ਰੈਵਨਿਊ ਆਫਿਸਰ ਨੂੰ ਕੋਈ ਗਾਈਡਲਾਈਨਸ ਦੇਣੀਆਂ ਹੁੰਦੀਆਂ, ਉਹਦੇ ਸੰਬੰਧ ਵਿੱਚ ਕੋਈ ਰੂਲ, ਕੋਈ ਪ੍ਰੋਸੀਜਰ ਅਡਾਪਟ ਕਰਨਾ ਹੈਗਾ। ਤੇ ਫਿਰ ਨਾਲ ਹੀ ਕਿਹਾ ਗਿਆ prescribing of all or any of the territories to which this act extends, the period during which the proceeding held under this act, revenue officer or revenue court is not except for the urgency ਦੇ ਕੇਸ ਦੇ ਵਿੱਚ ਕੀ ਕਿਹਾ ਗਿਆ ਵੀ ਜਿਹੜੇ ਟੇਨੈਂਟ ਨੇ ਜਾਂ ਲੈਂਡਲੌਰਡ ਨੇ ਕਿਸੇ ਨੂੰ ਕੋਈ ਰੈਂਟ ਦੇਣ ਵੇਲੇ ਰੈਂਟ ਨਾ ਦੇਣ ਦੀ ਇਸ ਵਜੋਂ ਕਿ ਉਹਦੀ ਅਰੈਸਟ ਕੀਤਾ ਜਾਂਦਾ ਹੈਗਾ, ਤਾਂ ਇਹ ਕਿਹਾ ਗਿਆ ਵੀ ਜਿਹੜਾ ਪੀਰੀਅਡ ਆਫ ਨਾਟ ਅਰੈਸਟ, ਕਿਹੜੇ ਸਮੇਂ ਦੇ ਵਿੱਚ ਕਿਸੇ ਟੇਨੈਂਟ ਨੂੰ ਜਾਂ ਕਿਸੇ ਲੈਂਡਲੌਰਡ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ, ਜਿਵੇਂ ਮਈ ਦੇ ਮਹੀਨੇ ਦੇ ਵਿੱਚ ਜਾਂ ਜਦੋਂ ਹਾੜੀ ਦੀ ਫਸਲ ਆਉਂਦੀ ਹੈ ਉਹਨਾਂ ਦਿਨਾਂ ਦੇ ਵਿੱਚ ਅਰੈਸਟ ਨਹੀਂ ਕੀਤਾ ਜਾ ਸਕਦਾ, ਜਦੋਂ ਸਾਉਣੀ ਦੀ ਫਸਲ ਕਟਾਈ ਹੋ ਰਹੀ ਹੁੰਦੀ ਹੈ ਉਹਨਾਂ ਦਿਨਾਂ ਦੇ ਵਿੱਚ ਵੀ ਕਿਸੇ ਲੈਂਡਲੌਰਡ ਨੂੰ ਜਾਂ ਟੇਨੈਂਟ ਨੂੰ, ਲੈਂਡਲੌਰਡ ਜਿਹੜਾ ਖੇਤੀ ਖੁਦ ਕਰਦਾ ਹੋਵੇ ਜਾਂ ਟੇਨੈਂਟ ਜਿਹੜਾ ਖੇਤੀ ਕਰ ਰਿਹਾ ਹੈਗਾ ਉਹਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ। ਇੱਦਾਂ ਦੇ ਕੋਈ ਰੂਲਸ ਹੈਗੇ ਆ, ਮਤਲਬ ਕਿ FCR ਵੱਲੋਂ ਬਣਾਏ ਜਾ ਸਕਦੇ ਹੁੰਦੇ ਆ। ਰੈਗੂਲੇਟਿੰਗ ਪ੍ਰੋਸੀਜਰ ਇਨ ਕੇਸਸ where persons are entitled to inspect ਰਿਕਾਰਡ ਦਾ ਦੇਖਣਾ, ਰਿਕਾਰਡ ਦੀ ਇੰਸਪੈਕਸ਼ਨ ਕਰਨੀ, ਰਿਕਾਰਡ ਦੀ ਕੋਈ ਨਕਲ ਲੈਣੀ, ਠੀਕ ਹੈ, ਫੀਸਾਂ 'ਚ ਘਾਟਾ ਵਾਧਾ ਕਰਨਾ, ਫੀਸ ਵਧਾਉਣੀ ਕਰਨੀ, ਜਾਂ ਫਿਰ ਫਾਰਮਸ, ਬੁੱਕਸ, ਐਂਟਰੀਜ਼, ਜਮ੍ਹਾਂਬੰਦੀ ਦੇ ਫਾਰਮਾਂ ਸੰਬੰਧੀ ਕੋਈ ਤਬਦੀਲੀ ਕਰਨੀ ਜਾਂ ਇੰਤਕਾਲਾਂ ਦੇ ਫਾਰਮਾਂ ਨੂੰ ਦੇ ਸੰਬੰਧੀ ਕੋਈ ਚੇਂਜ ਕਰਨੀ, ਠੀਕ ਹੈ। ਲੈਂਗੁਏਜ ਆਫ ਦਾ ਰਿਕਾਰਡ ਕੀ ਹੋਏਗੀ ਜੀ, ਪੰਜਾਬੀ ਲੈਂਗੁਏਜ ਆਮ ਤੌਰ 'ਤੇ ਹੈਗੀ, ਪੰਜਾਬ ਦੇ ਵਿੱਚ ਹੈਗੀ ਹੈ, ਜਾਂ ਕਿਤੇ ਕਿਤੇ ਤੁਸੀਂ ਇੰਗਲਿਸ਼ ਯੂਜ਼ ਕਰ ਸਕਦੇ ਹੋ। ਜਨਰਲੀ ਫॉर द गाइडेंस ऑफ रेवेन्यू ऑफिसर्स, ਜਨਰਲੀ ਜਿਵੇਂ ਕਿ ਕੋਈ ਵੀ ਰੂਲ ਬਣਾਉਣਾ ਜਿਹਦੇ ਵਿੱਚ ਕਿਤੇ ਮਤਲਬ ਕਿ ਰੈਵਨਿਊ ਆਫਿਸਰਸ ਨੂੰ ਜਾਂ ਰੈਵਨਿਊ ਇੰਪਲਾਈਜ਼ ਨੂੰ ਕਿਸੇ ਨੂੰ ਵੀ ਕੋਈ ਜ਼ਰੂਰਤ ਪੈਂਦੀ ਹੈ, ਕੋਈ ਜਿਹੜਾ ਸਾਡੇ ਰਿਕਾਰਡ ਦੇ ਵਿੱਚ ਸਾਡੇ ਕਿਸੇ ਲੈਂਡ ਰੈਵਨਿਊ ਐਕਟ ਦੇ ਵਿੱਚ ਜਾਂ ਕਿਸੇ ਮੈਨੂਅਲ ਦੇ ਵਿੱਚ ਕੋਈ ਰੂਲ ਨਹੀਂ ਹੈਗਾ। ਫਿਰ ਸਬਸੈਕਸ਼ਨ 2 'ਚ ਕਿਹਾ ਗਿਆ ਵੀ ਜਦੋਂ ਤੱਕ ਕੋਈ ਨਵਾਂ ਰੂਲ ਨਹੀਂ ਬਣ ਜਾਂਦਾ, ਠੀਕ ਹੈ, ਤਾਂ ਜਿਹੜਾ ਵੀ ਰੂਲ ਚੱਲ ਰਿਹਾ ਹੁੰਦਾ ਉਹ ਲਾਗੂ ਰਹਿੰਦਾ ਹੈ। ਰੂਲ ਮੇਡ ਬਾਈ ਦਾ ਫਾਈਨੈਂਸ਼ੀਅਲ ਕਮਿਸ਼ਨਰ ਅੰਡਰ ਦਿਸ or any other section shall be made subject to the control of the state, ਜਿਹੜੇ ਵੀ ਰੂਲ ਸਰਕਾਰ FCR ਵੱਲੋਂ ਬਣਾਏ ਜਾਂਦੇ ਨੇ, ਠੀਕ ਹੈ, ਪਰ ਉਹ ਜਿਹੜੀ ਹੈਗੀ ਸਟੇਟ ਗਵਰਨਮੈਂਟ ਦੇ ਕੰਟਰੋਲ ਦੇ ਵਿੱਚ ਹੀ ਰਹਿੰਦੇ ਆ। ਸਟੇਟ ਗਵਰਨਮੈਂਟ ਜਦੋਂ ਚਾਹੇ ਉਹਨਾਂ ਨੂੰ ਚੇਂਜ ਵਗੈਰਾ ਵੀ ਕਰ ਸਕਦੀ ਹੈ। ਸੈਕਸ਼ਨ 106A ਲਾਇਸੈਂਸਿੰਗ ਆਫ ਦਾ ਪਟੀਸ਼ਨ ਰਾਈਟਰਸ ਇਨ ਦਾ ਰੈਵਨਿਊ ਕੋਰਟ ਐਂਡ ਦਾ ਰੈਵਨਿਊ ਆਫਿਸਰਸ, ਕਿਹੜੇ ਵਿਅਕਤੀ ਜਿਹੜੇ ਹੈਗੇ ਨੇ ਕੋਈ ਪਟੀਸ਼ਨ ਲਿਖ ਕੇ ਫਾਈਲ ਕਰ ਸਕਦੇ ਨੇ ਰੈਵਨਿਊ ਕੋਰਟ ਦੇ ਜਾਂ ਰੈਵਨਿਊ ਆਫਿਸਰ ਦੀ ਆਫਿਸ ਦੇ ਵਿੱਚ। ਮਤਲਬ ਇਹ ਕਿਹਾ ਗਿਆ ਵੀ ਬਿਨਾਂ ਲਾਇਸੈਂਸ ਤੋਂ ਕੋਈ ਵੀ ਵਿਅਕਤੀ no person shall practice as a petition writer, ਐਜ ਏ ਪਟੀਸ਼ਨ ਰਾਈਟਰ ਕੋਈ ਵਿਅਕਤੀ ਬਗੈਰ ਲਾਇਸੈਂਸ ਤੋਂ ਮਤਲਬ ਕਿ ਪ੍ਰੈਕਟਿਸ ਨਹੀਂ ਕਰ ਸਕਦਾ ਹੈਗਾ। ਸਬਸੈਕਸ਼ਨ 1 ਕਿਹਾ ਹੈ। ਸਬਸੈਕਸ਼ਨ 2 ਦੇ ਵਿੱਚ ਕੀ ਕਿਹਾ ਗਿਆ, a person who contravenes the provisions of subsection 1 shall be liable to the penalty, ਉਹਨੂੰ penalty ਲਗਾਈ ਜਾ ਸਕਦੀ ਹੈ। ਤੇ ਸਬਸੈਕਸ਼ਨ 3 ਦੇ ਵਿੱਚ ਤਾਂ ਫਾਈਨੈਂਸ਼ੀਅਲ ਕਮਿਸ਼ਨਰ may from time to time make rules consistent with this act and other enactments for the time being in force, declaring what person shall be permitted to act, ਵੀ ਕਿਹੜੇ ਵਿਅਕਤੀ ਜਿਹੜੇ ਹੈਗੇ ਪਟੀਸ਼ਨ ਰਾਈਟਰ ਹੋ ਸਕਦੇ ਨੇ, ਪਟੀਸ਼ਨ ਰਾਈਟਰਸ ਦੇ ਜਿਹੜੇ ਲਾਇਸੈਂਸ ਨੇ ਕਿਹਨੂੰ ਦਿੱਤੇ ਜਾ ਸਕਦੇ ਨੇ, ਰੈਵਨਿਊ ਕੋਰਟਾਂ 'ਚ ਪੇਸ਼ ਹੋਣ ਦੇ ਲਈ ਜਾਂ ਰੈਵਨਿਊ ਆਫਿਸ ਦੇ ਵਿੱਚ ਪੇਸ਼ ਹੋਣ ਦੇ ਲਈ। ਰੈਗੂਲੇਟਿੰਗ ਦਾ ਇਸ਼ੂ, ਸਸਪੈਂਸ਼ਨ ਐਂਡ ਰਿਵੋਕੇਸ਼ਨ ਆਫ ਦਾ ਲਾਇਸੈਂਸ, ਕਦੋਂ ਕਿਸ ਮਤਲਬ ਕਿ ਕੰਮ ਦੇ ਲਈ ਕੋਈ ਮਤਲਬ ਕਿ ਮਿਸਟੇਕ ਕਰਨ ਦੀ ਖਾਤਰ ਕਦੋਂ ਜਿਹੜਾ ਲਾਇਸੈਂਸ ਹੈ ਕਿਸੇ ਦਾ ਸਸਪੈਂਡ ਕੀਤਾ ਜਾ ਸਕਦਾ ਹੈ ਜਾਂ ਰਿਵੋਕ ਕੀਤਾ ਜਾ ਸਕਦਾ ਹੈ, ਇਸ਼ੂ ਕੀਤਾ ਜਾ ਸਕਦਾ, ਕਿਹੜੇ ਵਿਅਕਤੀ ਐਲੀਜੀਬਲ ਨੇ
ਜਾਂ ਫਿਰ ਕਿਹਨੂੰ ਪੈਨਲਟੀ ਲਗਾਈ ਜਾ ਸਕਦੀ ਹੈ, ਉਹਦੀ ਅਥਾਰਟੀ ਫਿਰ ਅੱਗੇ ਫਰਦਰ ਜੇ ਕੋਈ ਕਿਸੇ ਦਾ ਕੋਈ ਲਾਇਸੈਂਸ ਕੈਂਸਲ ਹੋ ਜਾਂਦਾ ਜਾਂ ਸਸਪੈਂਡ ਹੋ ਜਾਂਦਾ ਤਾਂ ਉਹਦੀ ਜਿਹੜੀ ਅਪੀਲ ਵਗੈਰਾ ਉਹ ਕਿੱਥੇ ਫਾਈਲ ਹੁੰਦੀ ਹੈ। ਇਦਾਂ ਦੇ ਸਾਰੇ ਜਿਹੜੇ ਹੈਗੇ ਨੇ ਰੂਲਸ ਹੈਗੇ FCR ਵੱਲੋਂ ਬਣਾਏ ਜਾਂਦੇ ਨੇ। 107 ਚ ਕੀ ਕਹੇਗਾ, ਰੂਲਸ ਟੂ ਮੇਡ ਆਫਟਰ ਪ੍ਰੀਵੀਅਸ ਪਬਲੀਕੇਸ਼ਨ। ਇਹ ਆਪਾਂ ਨੂੰ ਪਤਾ ਹੀ ਹੈ ਵੀ ਪਬਲੀਕੇਸ਼ਨ ਹੋਣ ਤੋਂ ਬਾਅਦ ਜਿਹੜੇ ਰੂਲ ਲਾਗੂ ਹੁੰਦੇ ਨੇ। ਪਾਵਰਸ exercisable by the financial commissioner. All the powers conferred by this act on the financial commissioner may be exercised from time to time, okay, as occasion required. ਜਦੋਂ ਵੀ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਰੂਲ ਬਣਾਏ ਜਾਂਦੇ ਹੈਗੇ। ਚੈਪਟਰ 8 ਚ ਕੀ ਕਹੇਗਾ, effect of the act on the record of rights and agreements। ਇਹ ਜਿਹੜਾ ਐਕਟ ਹੈ ਜੋ ਲਾਗੂ ਹੋਇਆ 1887 ਦੇ ਵਿੱਚ, ਠੀਕ ਹੈ, ਇਸ ਐਕਟ ਦਾ ਪ੍ਰਭਾਵ ਕੀ ਪੈਂਦਾ ਹੈ ਜਮ੍ਹਾਂ ਹੁੰਦੀਆਂ ਦੇ ਉੱਪਰ। ਔਨ ਦਾ ਰਿਕਾਰਡ ਆਫ ਰਾਈਟਸ ਐਂਡ ਐਗਰੀਮੈਂਟ, ਜਾਂ ਕੋਈ ਐਗਰੀਮੈਂਟ ਕਰਦਾ ਹੈ, ਕੋਈ ਲੈਂਡਲੋਰਡ ਤੇ ਟੇਨੈਂਟ ਕੋਈ ਐਗਰੀਮੈਂਟ ਕਰਦੇ ਹੈ, ਠੀਕ ਹੈ। ਇਸ ਐਕਟ ਤੋਂ ਬਾਅਦ 1887 ਜਦੋਂ ਇਹ ਐਕਟ ਲਾਗੂ ਹੋ ਗਿਆ ਉਸ ਤੋਂ ਬਾਅਦ ਕੋਈ ਲੈਂਡਲੋਰਡ ਤੇ ਟੇਨੈਂਟ ਕੋਈ ਐਗਰੀਮੈਂਟ ਕਰਦਾ ਹੈ, ਜਮ੍ਹਾਂ ਹੁੰਦੀ ਦੇ ਵਿੱਚ ਕੋਈ ਐਂਟਰੀ ਪਾਉਂਦਾ ਹੈ ਕਿਸੇ ਤਰੀਕੇ ਦੀ ਇੱਦਾਂ ਦੀ ਜਿਹੜੀ ਇਹ ਸਾਡੇ ਜਿਹੜੀ ਐਕਟ ਦੇ ਖਿਲਾਫ ਹੋਵੇ, ਐਕਟ ਦੀਆਂ ਪ੍ਰੋਵੀਜ਼ਨਸ ਨੂੰ ਕੰਟਰਾਡਿਕਟ ਕਰਦੀ ਹੋਵੇ, ਇੱਦਾਂ ਦਾ ਕੋਈ ਐਗਰੀਮੈਂਟ ਕਰ ਲੈਂਦਾ ਹੈ। ਲੈਂਡਲੋਰਡ ਤੇ ਟੇਨੈਂਟ ਜਮਾਂ ਚ ਐਂਟਰੀ ਪਾਉਂਦਾ, ਰੋਜ਼ਾਨਾ ਚ ਰੱਟ ਪਾ ਕੇ ਜਮਾਂ ਚ ਐਂਟਰੀ ਪਾਉਂਦਾ। ਕਿਵੇਂ ਕਿੱਦਾਂ ਦੀ ਦੇਖੋ, ਐਨ ਐਂਟਰੀ ਇਨ ਐਨੀ ਰਿਕਾਰਡ ਆਫ ਰਾਈਟਸ ਪ੍ਰੋਵਾਈਡਿੰਗ, ਕਿਆ ਪ੍ਰੋਵਾਈਡ ਕਰਦੀ ਹੈ, that a landlord may prevent a tenant from making or eject him for making such improvements। ਕੋਈ ਲੈਂਡਲੋਰਡ ਇੱਦਾਂ ਦਾ ਐਗਰੀਮੈਂਟ ਕਰ ਲੈਂਦਾ ਟੇਨੈਂਟ ਦੇ ਨਾਲ, ਜਿਹਦੇ ਵਿੱਚ ਕੀ ਹੋਏਗਾ ਵੀ ਉਹ ਪ੍ਰੀਵੈਂਟ ਕਰਦਾ ਹੈ ਟੇਨੈਂਟ ਨੂੰ। The landlord may prevent a tenant from making or eject him for making such improvement on his tenancy as he is entitled to under this act। ਇਸ ਐਕਟ ਦੇ ਤਹਿਤ ਉਸਨੂੰ ਇੰਪਰੂਵਮੈਂਟ ਕਰਨ ਦੀਆਂ ਪਾਵਰਾਂ ਤਾਂ ਹੈਗੀਆਂ ਨੇ ਟੇਨੈਂਟ ਨੂੰ, ਪਰ ਲੈਂਡਲੋਰਡ ਇੱਦਾਂ ਦਾ ਐਗਰੀਮੈਂਟ ਕਰ ਲੈਂਦਾ ਵੀ ਤੂੰ ਕੋਈ ਇੰਪਰੂਵਮੈਂਟ ਨਹੀਂ ਕਰੇਗਾ ਇਸ ਟੈਨੈਂਸੀ ਦੇ ਵਿੱਚ, ਠੀਕ ਹੈ। ਉਹ ਜਿਹੜਾ ਇੱਦਾਂ ਦਾ ਐਗਰੀਮੈਂਟ ਹੈਗਾ ਉਹ ਨਲਟੀ ਹੋਏਗਾ, ਮਤਲਬ ਕਿ ਵਾਇਡ ਹੋਏਗਾ। ਇੱਦਾਂ ਹੀ that a tenant ejected from his tenancy, ਕਿਸੇ ਟੇਨੈਂਟ ਨੂੰ eject ਕਰ ਦਿੱਤਾ, shall not be entitled to compensation for the improvement or for the disturbance in the case of in which the ਜਾਂ ਫਿਰ ਇੱਦਾਂ ਦਾ ਕੋਈ ਕੰਪਰੋਮਾਈਜ਼ ਕਰ ਲੈਂਦੇ ਨੇ, ਆਪਣਾ ਐਗਰੀਮੈਂਟ ਕਰ ਲੈਂਦੇ ਨੇ ਲੈਂਡਲੋਰਡ ਤੇ ਟੇਨੈਂਟ। ਲੈਂਡਲੋਰਡ ਮਤਲਬ ਕਿ ਅੰਡਰ ਪ੍ਰੈਸ਼ਰ ਕੋਈ ਟੇਨੈਂਟ ਦੇ ਨਾਲ ਐਗਰੀਮੈਂਟ ਕਰ ਲੈਂਦਾ ਵੀ ਜੇਕਰ ਤੈਨੇ ਕੋਈ ਇੰਪਰੂਵਮੈਂਟ ਕੀਤੀ ਹੋਏਗੀ ਤਾਂ ਜਦੋਂ ਤੇਰੀ ਐਜੈਕਟਮੈਂਟ ਕੀਤੀ ਜਾਂਦੀ ਹੈ ਕਿਸੇ ਆਰਡਰ ਦੇ ਤਹਿਤ, ਫਿਰ ਤੂੰ ਜਿਹੜੀ ਇੰਪਰੂਵਮੈਂਟਸ ਦੀ ਜਿਹੜੀ ਕੰਪਨਸੇਸ਼ਨ ਹੈ ਉਹ ਕਲੇਮ ਨਹੀਂ ਕਰੇਗਾ। ਜਾਂ ਤੈਨੇ ਕੋਈ ਨਾਲ ਦਾ ਖੇਤ ਵਾਹ ਕੇ ਤਿਆਰ ਕੀਤਾ ਸੀਗਾ, ਕੋਈ ਡਿਸਟਰਬੈਂਸਿਸ ਮਤਲਬ ਕਿ ਤੈਨੇ ਸਾਫ਼ ਕੀਤੀਆਂ ਸੀਗੀਆਂ, ਕੋਈ ਝਾੜੀਆਂ ਝੂੜੀਆਂ ਵਾਹ ਕੇ ਤੈਨੇ ਆਪਣੀ ਟੈਨੈਂਸੀ ਜਿਹੜੀ ਤੇਰੇ ਕੋਲ 5 ਕਿੱਲਿਆਂ ਦੀ ਸੀ ਤੈਨੇ 1 ਕਿੱਲਾ ਨਾਲ ਹੋਰ ਤਿਆਰ ਕੀਤਾ ਸੀਗਾ, ਠੀਕ ਹੈ। ਉਹਦੇ ਇਵਜ਼ ਦੇ ਵਿੱਚੋਂ ਜਦੋਂ ਤੈਨੂੰ ਕਿਸੇ ਕਾਰਨ, ਕਿਸੇ ਹੋਰ ਰੀਜ਼ਨ ਦੇ ਕਾਰਨ ਜੋ ਤੇਰੀ ਐਜੈਕਟਮੈਂਟ ਹੋ ਜਾਂਦੀ ਹੈ, ਐਜੈਕਟਮੈਂਟ ਦੇ ਵਿੱਚ ਕੀ ਹੈਗਾ, ਇਹ ਐਕਟ ਦੇ ਤਹਿਤ ਜਿਹੜਾ ਟੇਨੈਂਟ ਹੈਗਾ ਆਪਣੀ ਕੋਈ ਜਿਹੜੀ ਕੰਪਨਸੇਸ਼ਨ ਹੈਗੀ ਆ ਉਹ ਕਲੇਮ ਕਰ ਸਕਦਾ ਹੁੰਦਾ ਹੈ। ਪਰ ਇਹਦੇ ਵਿੱਚ ਕੀ ਕਿਹਾ ਵੀ ਤੁਸੀਂ ਕੋਈ ਇੱਦਾਂ ਦਾ ਐਗਰੀਮੈਂਟ ਕਰ ਲਓਗੇ, ਲੈਂਡਲੋਰਡ ਨੂੰ ਕਹੇਗਾ ਵੀ ਜੇ ਲੈਂਡਲੋਰਡ ਕੋਈ ਇੱਦਾਂ ਦਾ ਐਗਰੀਮੈਂਟ ਕਰ ਲਵੇ ਟੇਨੈਂਟ ਦੇ ਨਾਲ ਜਿਹਦੇ ਵਿੱਚ ਜਿਹੜਾ ਟੇਨੈਂਟ ਹੈਗਾ ਕੋਈ ਕੰਪਨਸੇਸ਼ਨ ਕਲੇਮ ਨਾ ਕਰ ਸਕੇ, ਦੈਟ ਐਗਰੀਮੈਂਟ ਇਜ਼ ਆਲਸੋ ਨਲਟੀ। ਉਹ ਵੀ ਮਤਲਬ ਕਿ ਹੈ ਰਿਕਾਰਡ ਆਰਡਰ ਜਮ੍ਹਾਂ ਹੁੰਦੀ ਦੇ ਵਿੱਚ ਕੋਈ ਐਂਟਰੀ ਪਾ ਕੇ ਰਫਟ ਪਾ ਕੇ ਲੈਂਡਲੋਰਡ ਆਪਦੇ ਆਪ ਨੂੰ ਸੇਫ ਕਰੇ ਵੀ ਜਿਹੜਾ ਮੇਰਾ ਟੇਨੈਂਟ ਹੈ ਜਦ ਮੈਂ ਇਹਨੂੰ ਰਿਜੈਕਟ ਕਰਦਾ ਤਾਂ ਮੇਰੇ ਤੋਂ ਇਹ ਕੰਪਨਸੇਸ਼ਨ ਮਤਲਬ ਕਿ ਕਲੇਮ ਨਾ ਕਰ ਪਾਵੇ। ਇੱਦਾਂ ਦਾ ਐਗਰੀਮੈਂਟ ਵੀ ਜਿਹੜਾ ਹੈਗਾ ਉਹ ਮਤਲਬ ਕਿ ਵਾਇਡ ਹੋਏਗਾ। that a landlord may eject a tenant otherwise than in the accordance with the provisions of this act। ਨਾਲ ਹੀ ਫਿਰ ਇੱਦਾਂ ਦੀ ਕੋਈ ਐਗਰੀਮੈਂਟ ਕਰ ਲਵੇ ਵੀ ਪ੍ਰੋਵੀਜ਼ਨ ਤੋਂ ਬਗੈਰ, ਪ੍ਰੋਵੀਜ਼ਨ ਦੇ ਤਹਿਤ ਤਾਂ ਕਿਸੇ ਟੇਨੈਂਟ ਨੂੰ ਅਸੀਂ eject ਕਰ ਸਕਦੇ ਹਾਂ, ਕੋਈ ਵੀ ਲੈਂਡਲੋਰਡ ਹੈ eject ਕਰ ਸਕਦਾ, ਬੇਦਖਲ ਕਰ ਸਕਦਾ ਹੈ, ਪਰ ਐਕਟ ਦੀ ਪ੍ਰੋਵੀਜ਼ਨ ਤੋਂ ਬਗੈਰ ਵੀ ਜਦੋਂ ਚਾਹੇ ਲੈਂਡਲੋਰਡ ਟੇਨੈਂਟ ਨੂੰ ਮਤਲਬ ਕਿ ਬੇਦਖਲ ਕਰ ਸਕਦਾ ਹੋਵੇ, ਇੱਦਾਂ ਦਾ ਕੋਈ ਐਗਰੀਮੈਂਟ ਕਰ ਲਵੇ, shall be void to the extent। ਇੱਦਾਂ ਦੇ ਜਿਹੜੇ ਐਗਰੀਮੈਂਟ ਹੋਣਗੇ ਬੇਸ਼ੱਕ ਜਮ੍ਹਾਂ ਹੁੰਦੀ ਦੇ ਵਿੱਚ ਐਂਟਰੀ ਪਾ ਲਈ ਹੋਵੇ ਮਾਲਕ ਨੇ ਜਦੋਂ ਟੇਨੈਂਟ ਦੇ ਨਾਲ ਐਗਰੀਮੈਂਟ ਕਰਕੇ, ਪਰ ਉਹ ਜਿਹੜੀ ਹੋਏਗੀ ਇੱਦਾਂ ਦੀ ਜਿਹੜੀ ਐਂਟਰੀ ਹੈ ਉਹ ਵਾਇਡ ਮੰਨੀ ਜਾਵੇਗੀ। ਬੇਸ਼ੱਕ ਇਹ ਉਦੋਂ ਟੇਨੈਂਟ ਸਹਿਮਤ ਹੋਵੇ, ਟੇਨੈਂਟ ਦੀ ਸਹਿਮਤੀ ਨਾਲ ਹੀ ਕੋਈ ਐਗਰੀਮੈਂਟ ਪਿਆ ਹੋਵੇ, ਪਰ ਮਤਲਬ ਕਿਉਂਕਿ ਉਹ ਜਿਹੜਾ ਇੱਦਾਂ ਦਾ ਐਗਰੀਮੈਂਟ ਹੈ ਉਹ ਇਸ ਐਕਟ ਦੇ ਨੂੰ ਮਤਲਬ ਕਿ ਕੰਟਰਾਡਿਕਟ ਕਰਦਾ ਹੈ, ਇਸ ਕਰਕੇ ਉਹ ਵਾਇਡ ਹੋਏਗਾ। ਸੈਕਸ਼ਨ 110 ਨਲਟੀ ਆਫ ਸਰਟਨ ਐਗਰੀਮੈਂਟਸ ਕੰਟਰੇਰੀ ਟੂ ਦਿਸ ਐਕਟ। ਫਿਰ ਉਹੀ ਗੱਲ ਆ ਗਈ ਵੀ ਜੇ ਕੋਈ ਇੱਦਾਂ ਦਾ ਐਗਰੀਮੈਂਟ ਕਰ ਲਿਆ ਕਿਸੇ ਲੈਂਡਲੋਰਡ ਦੇ ਟੇਨੈਂਟ ਨੇ, ਪਰ ਉਹ ਕੰਟਰੇਰੀ ਹੈ ਇਸ ਐਕਟ ਦੀਆਂ ਜਿਹੜੇ ਸੈਕਸ਼ਨਸ ਹੈਗੀਆਂ ਨੇ ਉਹਦੇ ਖਿਲਾਫ ਹੈਗਾ, ਤਾਂ ਉਹ ਵੀ ਜਿਹੜਾ ਹੈਗਾ ਐਗਰੀਮੈਂਟ ਇੱਦਾਂ ਦਾ ਹੋਏਗਾ
nothing in any agreement made between a landlord and a tenant after the passing of this act, ਇਸ ਐਕਟ ਦੇ ਪਾਸ ਹੋਣ ਤੋਂ ਬਾਅਦ ਦੀ ਗੱਲ ਕਰ ਰਹੇ ਹਾਂ ਅਸੀਂ, override any of the provisions, ਇਹ ਜਿਹੜਾ ਐਕਟ ਹੈਗਾ ਉਹਦੀਆਂ ਕਿਸੇ ਪ੍ਰੋਵੀਜ਼ਨ ਨੂੰ ਓਵਰਰਾਈਡ ਨਹੀਂ ਕਰ ਸਕਦਾ ਵਿਦ ਰਿਸਪੈਕਟ ਟੂ ਦਾ ਐਕੁਜੀਸ਼ਨ ਆਫ ਦਾ ਰਾਈਟ ਆਫ ਆਕੂਪੈਂਸੀ ਲੈਣੇ ਨੇ ਕਿਸੇ ਨੇ, ਜਾਂ ਰੈਂਟ ਕਢਵਾਉਣਾ ਹੈ, ਜਾਂ ਰੈਂਟ ਨੂੰ ਰਿਮਿਟ ਕਰਵਾਉਣਾ ਹੈ, ਜਾਂ ਰੈਂਟ ਨੂੰ ਸਸਪੈਂਡ ਕਰਵਾਉਣਾ ਹੈਗਾ, ਜਾਂ ਵਧਾਉਣਾ ਰੈਂਟ ਇੰਪਰੂਵਮੈਂਟ ਕਰਨ ਦੇ ਕਾਰਨ, ਠੀਕ ਹੈ, ਟੇਕ ਅਵੇ ਔਰ ਲਿਮਿਟ ਦਾ ਰਾਈਟ ਆਫ ਦਾ ਟੇਨੈਂਟ, ਜਾਂ ਕਿਸੇ ਜਿਹੜਾ ਆਪਣਾ ਹੈਗਾ ਟੇਨੈਂਟ ਹੈਗਾ ਉਹਦੇ ਜਿਹੜੇ ਰਾਈਟਸ ਨੇ ਉਹਨੂੰ ਵੀ ਲਿਮਿਟ ਨਹੀਂ ਕਰ ਸਕਦਾ ਹੈਗਾ, ਟੂ ਮੇਕ ਇੰਪਰੂਵਮੈਂਟਸ ਐਂਡ ਕਲੇਮ ਕੰਪਨਸੇਸ਼ਨ, ਜੋ ਕੋਈ ਇੰਪਰੂਵਮੈਂਟਸ ਉਹਨੇ ਕੀਤੇ ਉਹਦੀ ਕੰਪਨਸੇਸ਼ਨ ਕਲੇਮ ਕਰਨਾ ਚਾਹੁੰਦਾ ਹੈ, ਪਰ ਉਹ ਐਗਰੀਮੈਂਟ ਕਰਕੇ ਹੈਗਾ ਤੇ ਮਾਲਕ ਨੇ ਵੀ ਨਹੀਂ ਤੂੰ ਕਲੇਮ ਨਹੀਂ ਕਰ ਪਾਏਗਾ, ਠੀਕ ਹੈ, ਉਹ ਜਿਹੜਾ ਐਗਰੀਮੈਂਟ ਹੋਏਗਾ ਉਹ ਵੀ ਨਲ ਹੋਏਗਾ, ਵਾਇਡ ਹੋਏਗਾ। ਇੰਟਾਈਟਲ ਲੈਂਡਲॉर्ड ਟੂ ਇਜੈਕਟ ਏ ਟੇਨੈਂਟ ਅਦਰਵਾਈਜ਼ ਦੈਨ ਇਨ ਅਕਾਰਡੈਂਸ ਵਿਦ ਦਾ, ਸੇਮ ਹੀ ਹੈਗਾ ਵੀ ਇਸ ਐਕਟ ਦੀ ਪ੍ਰੋਵੀਜ਼ਨ ਤੋਂ ਬਗੈਰ ਵੀ ਕੋਈ ਲੈਂਡਲॉर्ड ਜੇਕਰ ਟੇਨੈਂਟ ਨਾਲ ਇਦਾਂ ਦਾ ਐਗਰੀਮੈਂਟ ਕਰ ਲਵੇ ਵੀ ਤੁਹਾਨੂੰ ਮੈਂ ਬੇਦਖਲ ਕਰ ਸਕਦਾ ਜਦੋਂ ਮੇਰੀ ਮਰਜ਼ੀ ਕਰ ਸਕਦਾ, ਉਹ ਐਗਰੀਮੈਂਟ ਵੀ ਮਤਲਬ ਕਿ ਵਾਇਡ ਸਮਝਿਆ ਜਾਵੇਗਾ। ਨੈਕਸਟ ਹੈ ਸੈਕਸ਼ਨ 1111 ਸੌਰੀ 111 ਸੇਵਿੰਗ ਆਫ ਅਦਰ ਐਗਰੀਮੈਂਟਸ ਵੈਨ ਇਨ ਰਾਈਟਿੰਗ। ਇੱਥੇ ਕਹਾ ਵੀ ਕੁਝ ਐਗਰੀਮੈਂਟ ਜਿਹੜੇ ਹੈਗੇ ਨੇ ਉਹ ਸੇਵ ਵੀ ਕੀਤੇ ਹੋ ਸਕਦੇ ਆ। ਕਿਹੜੇ ਐਗਰੀਮੈਂਟ? ਜਿਹੜੇ ਐਗਰੀਮੈਂਟ ਕੋਈ ਇਹ ਐਕਟ ਬਣਨ ਤੋਂ ਪਹਿਲਾਂ 1887 ਦੇ ਐਕਟ ਤੋਂ ਬਣਨ ਤੋਂ ਪਹਿਲਾਂ ਕੋਈ ਐਗਰੀਮੈਂਟ ਹੋਇਆ ਹੋਇਆ ਹੈ ਆਪਸ ਦੇ ਵਿੱਚ ਲੈਂਡਲॉर्ड ਦਾ ਤੇ ਟੈਨੈਂਟ ਦਾ, ਠੀਕ ਹੈ, ਉਹ ਜਿਹੜੇ ਐਗਰੀਮੈਂਟ ਹੋਣਗੇ ਉਹ ਸੇਵ ਰਹਿਣਗੇ, ਉਹ ਵਾਇਡ ਨਹੀਂ ਕਹੇ ਜਾ ਸਕਦੇ। ਪਰ ਜੇ ਕੋਈ ਐਗਰੀਮੈਂਟ 1887 ਤੋਂ ਬਾਅਦ ਹੋਇਆ ਹੋਵੇ that will be invalid. Effect of certain entries made in the record of rights section 112 ਇਹਦੇ ਵਿੱਚ ਕਿਹਾ ਗਿਆ ਵੀ ਜੇ ਕੋਈ ਐਂਟਰੀ ਰਿਕਾਰਡ ਆਫ ਰਾਈਟਸ ਦੇ ਵਿੱਚ ਜਮ੍ਹਾਂ ਹੁੰਦੀ ਹੈ ਵਿੱਚ 1811 ਐਨ ਐਂਟਰੀ ਬਿਫੋਰ ਨਵੰਬਰ 1871 ਨਵੰਬਰ 1871 1811 ਤੋਂ ਪਹਿਲਾਂ ਜੇ ਕੋਈ ਐਂਟਰੀ ਜਮ੍ਹਾਂ ਦੇ ਵਿੱਚ ਪਈ ਹੋਏਗੀ ਹੈ that is to be valid, ਉਹਨੂੰ ਅਸੀਂ ਵਾਇਡ ਨਹੀਂ ਕਹਿ ਸਕਦੇ। ਇਹਦੇ ਨਾਲ ਹੀ ਜਿਹੜਾ ਆਪਣਾ ਇਹ ਟੈਨੈਂਸੀ ਦੇ ਜਿਹੜੇ ਐਕਟ ਨੇ ਇਹ ਖਤਮ ਹੋ ਜਾਂਦਾ ਹੈ ਤੇ ਨਾਲ ਹੀ ਸਟਾਰਟ ਕਰਾਂਗੇ ਅਸੀਂ ਪੰਜਾਬ ਟੈਨੈਂਸੀ ਰੂਲਸ 1909। ਪੰਜਾਬ ਟੈਨੈਂਸੀ ਰੂਲਸ 1909 ਇਸੇ ਐਕਟ ਦੇ ਪਿਛਲੇ ਪਾਸੇ ਲੱਗੇ ਹੁੰਦੇ ਆ, ਦੇਖੋ ਤੁਹਾਡੀ ਬੁੱਕਸ ਦੇ ਵਿੱਚ ਹੋਣਗੇ। ਪੰਜਾਬ ਟੈਨੈਂਸੀ ਰੂਲਸ 1909। ਫਸਟ ਰੂਲ ਇਹ ਜਿਹੜਾ ਹੈਡ ਹੈਗਾ ਕੀ ਹੈ, ਲਿਮਿਟੇਸ਼ਨ ਆਫ ਜੁਰਿਸਡਿਕਸ਼ਨ of the assistant collector of the second grade। assistant collector second grade ਕੌਣ ਹੁੰਦੇ ਨੇ? ਤਹਿਸੀਲਦਾਰ ਵੀ ਹੁੰਦੇ ਨੇ, ਨੈਬਸੀਲਦਾਰ ਵੀ ਹੁੰਦੇ ਆ, ਪਰ ਇੱਥੇ ਜਿਹੜਾ ਸੈਕਸ਼ਨ 1 ਹੈਗਾ ਇਹ ਦੋਨਾਂ ਨਾਲ ਰਿਲੇਟਡ ਹੈਗਾ। ਸੈਕਸ਼ਨ 1 ਨਾ ਸੌਰੀ ਰੂਲ 1 ਸਬ ਰੂਲ 1, ਰੂਲ 1 ਸਬ ਰੂਲ 1 ਲਿਮਿਟੇਸ਼ਨ ਆਫ ਪਾਵਰ ਆਫ ਦਾ ਨੈਬਸੀਲਦਾਰ। ਇਹ 'ਚ ਕਿਹਾ ਗਿਆ ਆਪਾਂ ਪਿੱਛੇ ਪੜ੍ਹ ਕੇ ਆਏ ਸੀਗੇ ਜਿੱਥੇ ਉਹ ਬਣੇ ਸੀ ਗਰੁੱਪ ਬਣੇ ਹੋਏ ਸੀ ਕਿਹੜੇ ਕੇਸ ਕਿਹੜਾ ਆਫੀਸਰ ਸੁਣ ਸਕਦਾ ਹੈ। ਸੈਕਸ਼ਨ 77 ਅਸੀਂ ਪੜ੍ਹਿਆ ਸੀਗਾ। ਸੈਕਸ਼ਨ 77 ਦਾ ਜਿਹੜਾ ਗਰੁੱਪ 3 ਸੀਗਾ, ਗਰੁੱਪ 3 ਦੇ ਜਿਹੜੇ ਕੇਸ ਸੀਗੇ ਉਹ ਸਾਰੇ ਨੈਬਸੀਲਦਾਰ ਸੁਣ ਸਕਦੇ ਆ, ਠੀਕ ਹੈ। ਪਰ ਨਾਲ ਹੀ ਇਹ ਕਿਹਾ ਗਿਆ ਹੈ ਵੀ ਜਿੱਥੇ ਜਿਹੜੀ ਅਮਾਊਂਟ ਹੈਗੀ 500 ਰੁਪਏ ਤੋਂ ਜ਼ਿਆਦਾ ਹੋ ਜਾਵੇ ਤਾਂ ਉਹ ਨੈਬਸੀਲਦਾਰ ਕੇਸ ਨੂੰ ਸੁਣ ਨਹੀਂ ਸਕਦਾ ਹੈਗਾ। 500 ਰੁਪਏ ਤੱਕ ਦੀ ਜਿਹੜੀ ਉਹਦੀ ਵੈਲਿਊ ਹੈਗੀ ਕੇਸ ਦੀ, ਉਹ ਗਰੁੱਪ 3 ਦਾ ਕੇਸ ਹੋਵੇ ਸੈਕਸ਼ਨ 77 ਦੇ ਵਿੱਚ, ਠੀਕ ਹੈ। ਐਕਟ ਦੀ ਸੈਕਸ਼ਨ 77 ਸੀਗੀ ਜਿਹੜੀ ਆਪਾਂ ਪੜ੍ਹ ਕੇ ਆਏ ਪਿੱਛੇ। 500 ਰੁਪਏ ਤੱਕ ਦਾ ਕੇਸ ਹੈ ਨੈਬਸੀਲਦਾਰ ਸੁਣ ਸਕਦਾ ਹੈ। ਫਿਰ ਸਬ ਰੂਲ 2 ਦੇ ਵਿੱਚ ਕੀ ਕਿਹਾ ਗਿਆ, ਜਿਹੜਾ ਕੇਸ 500 ਰੁਪਏ ਤੋਂ 1000 ਰੁਪਏ ਤੱਕ ਦਾ ਜਿਹੜਾ ਕੇਸ ਹੈਗਾ, 500 ਰੁਪਏ ਤੋਂ ਉੱਪਰ 1000 ਰੁਪਏ ਤੋਂ ਨੀਚੇ, ਉਹ ਜਿਹੜੇ ਕੇਸ ਹੈਗੇ ਨੇ ਗਰੁੱਪ 3 ਦੇ ਹੋਣ ਚਾਹੇ ਗਰੁੱਪ 2 ਦੇ ਹੋਣ, ਠੀਕ ਹੈ, ਉਹ ਤਹਿਸੀਲਦਾਰ ਸੁਣ ਸਕਦੇ ਆ। ਨੈਕਸਟ ਹੈ ਰੂਲ 2 ਸਟੇਟਮੈਂਟ ਐਂਡ ਪਲੀਡਿੰਗਸ ਟੂ ਬੀ ਬਰੀਫ। ਸਿੰਪਲ ਜੀ ਗੱਲ ਹੈ ਵੀ ਜਦੋਂ ਕੋਈ ਸਟੇਟਮੈਂਟ ਕੋਈ ਫੈਸਲਾ ਕਰਨਾ ਹੈ, ਕੋਈ ਕੇਸ ਚੱਲ ਰਿਹਾ ਹੈਗਾ ਰੈਵਨਿਊ ਕੋਰਟ ਦੇ ਵਿੱਚ, ਠੀਕ ਹੈ, ਤਹਿਸੀਲਦਾਰ ਨੈਬਸੀਲਦਾਰ ਦੀ ਅਦਾਲਤ 'ਚ ਕੋਈ ਕੇਸ ਚੱਲਦਾ ਹੈ, ਜਦੋਂ ਕੋਈ ਪਲੀਡਿੰਗ ਚੱਲ ਰਹੀਆਂ ਹੁੰਦੀਆਂ ਨੇ, ਪ੍ਰੋਸੀਡਿੰਗ ਚੱਲ ਰਹੀਆਂ ਹੁੰਦੀਆਂ ਨੇ, ਠੀਕ ਹੈ, ਉਹਦੇ ਜਿਹੜੀ ਸਟੇਟਮੈਂਟਸ ਕੋਈ ਲੈਣੀਆਂ ਨੇ ਬਿਲਕੁਲ ਸ਼ਾਰਟ ਦੇ ਵਿੱਚ ਹੋਣੀ ਚਾਹੀਦੀਆਂ ਨੇ, ਜ਼ਿਆਦਾ ਲੰਮੀ ਚੌੜੀ ਕਹਾਣੀਆਂ ਨਹੀਂ ਹੋਣੀਆਂ ਚਾਹੀਦੀਆਂ, ਇਹ ਕਿਹਾ ਗਿਆ ਇਸ ਵਿੱਚ ਰੂਲ 2 ਦੇ ਵਿੱਚ। ਫਿਰ ਨਾਲ ਹੀ ਕੋਈ ਵਿਅਕਤੀ ਕੋਈ ਐਪਲੀਕੇਸ਼ਨ ਜਦੋਂ ਦਿੰਦਾ ਹੈਗਾ, ਚਾਹੇ ਉਸਨੇ ਮਤਲਬ ਕਿ ਕੋਈ ਟੈਨੈਂਸੀ ਛੱਡਣੀ ਹੋਵੇ ਜਾਂ ਰੈਂਟ ਵਧਾਉਣ ਦੇ ਲਈ ਜਾਂ ਰੈਂਟ ਘਟਾਉਣ ਦੇ ਲਈ ਕੋਈ ਐਪਲੀਕੇਸ਼ਨ ਦਿੰਦਾ ਹੈ, ਕੋਈ ਵੀ ਚਾਹੇ ਲੈਂਡਲॉर्ड ਦਿੰਦਾ ਜੇ ਟੇਨੈਂਟ ਦਿੰਦਾ, ਰੈਵਨਿਊ ਕੋਰਟ ਦੇ ਵਿੱਚ ਤਾਂ ਜਿਹੜੀ ਐਪਲੀਕੇਸ਼ਨ ਦਿੱਤੀ ਜਾਂਦੀ ਹੈ, ਐਪਲੀਕੇਸ਼ਨ ਦੇ ਨਿਚਲੇ ਪਾਸੇ ਇੱਕ ਵੈਰੀਫਿਕੇਸ਼ਨ ਲਗਾਈ ਜਾਂਦੀ ਹੈ। ਵੈਰੀਫਿਕੇਸ਼ਨ ਕੀ ਲਿਖਿਆ ਜਾਂਦਾ, ਵਿਦ ਦਾ ਕੰਟੈਂਟਸ ਆਫ ਦਾ ਐਪਲੀਕੇਸ਼ਨ ਨੰਬਰ 2 ਸੋ ਐਂਡ ਸੋ
are correct to the best of my knowledge and nothing has been concealed therein। ਇਹ ਜਿਹੜੀ ਵੈਰੀਫਿਕੇਸ਼ਨ ਹੈ ਤਾਂ ਕਿ ਜਿਹੜੀ ਉੱਪਰ ਐਪਲੀਕੇਸ਼ਨ ਦਿੱਤੀ ਹੈ ਉਸ ਨੂੰ ਉਹ ਇੱਕ ਤਰ੍ਹਾਂ ਦਾ ਡਿਕਲੇਅਰ ਕਰ ਰਿਹਾ ਹੁੰਦਾ, ਡੈਕਲੇਰੇਸ਼ਨ ਦੇ ਰਿਹਾ ਹੁੰਦਾ, ਆਪਣੀ ਵੈਰੀਫਿਕੇਸ਼ਨ ਲਗਾਈ ਜਾਂਦੀ ਹੈ ਐਪਲੀਕੇਸ਼ਨ ਥੱਲੇ, ਜਿਵੇਂ ਹਲਫੇ ਬਿਆਨ ਦੇ ਨੀਚੇ ਲਗਾਈ ਜਾਂਦੀ ਹੈ ਡੈਕਲੇਰੇਸ਼ਨ। ਰੂਲ 3 ਦੇ ਵਿੱਚ ਕੀ ਕਿਹਾ ਗਿਆ? ਪ੍ਰੋਸੀਡਿੰਗਸ ਨਾਟ ਟੂ ਬੀ ਅਵੇਟ ਔਨ ਦਾ ਡੈਥ ਔਰ ਮੈਰਿਜ ਆਫ ਏ ਪਾਰਟੀ। ਕਿਸੇ ਕੋਈ ਕੇਸ ਚੱਲ ਰਿਹਾ ਰੈਵਨਿਊ ਕੋਰਟ ਦੇ ਵਿੱਚ, ਠੀਕ ਹੈ, ਤੇ ਕਿਸੇ ਪਾਰਟੀ ਦੀ ਕੋਈ ਵੂਮਨ ਹੈ ਉਹਦੀ ਮੈਰਿਜ ਹੋ ਗਈ ਜਾਂ ਕਿਸੇ ਪਾਰਟੀ ਦੀ ਡੈਥ ਹੋ ਗਈ, ਤਾਂ ਉਹਦੇ ਨਾਲ ਇਹ ਨਹੀਂ ਹੈਗਾ ਵੀ ਜਿਹੜੀਆਂ ਪ੍ਰੋਸੀਡਿੰਗ ਖਤਮ ਹੋ ਜਾਂਦੀਆਂ ਨੇ, ਉਹਦੇ ਜਿਹੜੇ ਲੀਗਲ ਹੇਅਰ ਫਰਦਰ ਹੈਗੇ ਉਹ ਬਣਾ ਲਏ ਜਾਂਦੇ ਆ। ਸਬ ਰੂਲ 4 ਰੂਲ 4 ਕੀ ਕਿਹਾ ਗਿਆ? ਇਨ ਫਿਕਸਿੰਗ ਡੇਟਸ ਐਟਸੈਟਰਾ ਰੈਵਨਿਊ ਆਫਿਸਰ ਟੂ ਫੋਲੋ ਪ੍ਰੋਸੀਜਰ ਆਫ ਦਾ ਰੈਵਨਿਊ ਕੋਡ। ਜਦੋਂ ਕਿਸੇ ਰੈਵਨਿਊ ਆਫਿਸਰ ਦੇ ਆਫਿਸ ਦੇ ਵਿੱਚ ਕੋਈ ਐਪਲੀਕੇਸ਼ਨ ਵਗੈਰਾ ਦਿੱਤੀ ਜਾਂਦੀ ਹੈ ਤਾਂ ਉਹਨੂੰ ਜਸਟ ਜਿਵੇਂ ਕਿ ਅਸੀਂ ਰੈਵਨਿਊ ਕੋਡ ਦੀ ਕਾਰਵਾਈ ਚਲਾਉਂਦੇ ਹੈਗੇ ਆ, ਕੋਈ ਡੇਟਸ ਫਿਕਸ ਕਰਦੇ ਹੈਗੇ ਆ, ਐਡਜਰਨ ਕਰਦੇ ਆ, ਫਿਕਸ ਕਰਦੇ ਆ, ਠੀਕ ਹੈ। ਇਨ ਫਿਕਸਿੰਗ ਡੇਟਸ ਫਾਰ ਦਾ ਹੀਅਰਿੰਗ ਆਫ ਏ ਪਾਰਟੀਜ਼ ਐਂਡ ਦੇਅਰ ਵਿਟਨੈਸਸ, ਐਡਜਰਨਿੰਗ ਪ੍ਰੋਸੀਡਿੰਗਸ, ਕੋਈ ਕੇਸ ਐਡਜਰਨ ਕਰਨਾ ਹੈ, ਐਂਡ ਇਨ ਡਿਸਮਿਸਿੰਗ ਐਪਲੀਕੇਸ਼ਨ, ਕਿਸੇ ਦੀ ਐਪਲੀਕੇਸ਼ਨ ਡਿਸਮਿਸ ਕਰਨੀ ਹੈ, ਡਿਫਾਲਟ ਫਾਰ ਦਾ ਡਿਫਾਲਟ ਮਤਲਬ ਕਿ ਨਾ ਆਉਣ ਦੇ ਕਾਰਨ, ਫਾਰ ਅਦਰ ਸਫੀਸ਼ੀਐਂਟ ਰੀਜ਼ਨਸ, revenue officer will so far as the nature of the case may require or permit, guided generally by the principle of the procedure of the for the time being। मतलब पूरा प्रोसीजर अडॉप्ट करके ਜਿਹਨੇ ਰੈਵਨਿਊ ਕੋਰਟ ਨੇ ਪ੍ਰੋਸੀਜਰ ਅਡਾਪਟ ਕਰਨਾ ਹੁੰਦਾ ਹੈ। ਰੈਵਨਿਊ ਆਫਿਸਰ ਦੀ ਅਦਾਲਤ ਵਿੱਚ ਕੋਈ ਅਰਜ਼ੀ ਲੱਗਦੀ ਹੈਗਾ, ਉਹਨੂੰ ਵੀ ਐਜ਼ ਏ ਰੈਵਨਿਊ ਕੋਰਟ ਦੀ ਤਰ੍ਹਾਂ ਹੀ ਉਸਨੂੰ ਪ੍ਰੋਪਰ ਤਰੀਕੇ ਦੇ ਨਾਲ ਧਿਰਾਂ ਨੂੰ ਸੁਣ ਕੇ ਟਾਈਮ ਦੇ ਕੇ ਹੀ ਜਿਹੜੀ ਐਪਲੀਕੇਸ਼ਨ ਦੀ ਰਿਜੈਕਟ ਕਰਨੀ ਹੈ, ਸੁਣਵਾਈ ਦਾ ਮੌਕਾ ਦੇ ਕੇ ਹੀ ਕਰਨੀ ਚਾਹੀਦੀ ਹੈ ਕਾਰਵਾਈ ਪ੍ਰੋਪਰ। ਨੈਕਸਟ ਹੈ ਰੂਲ 5 ਹੈਗਾ ਕਮਿਸ਼ਨਸ। ਕਮਿਸ਼ਨ ਦਾ ਆਪਾਂ ਪੜ੍ਹ ਕੇ ਗਏ ਸੀ ਪਹਿਲਾਂ, ਸੀਪੀਸੀ ਆਪਾਂ ਪੜ੍ਹੀ ਸੀ, ਸੀਪੀਸੀ ਦੇ ਵਿੱਚ ਸੈਕਸ਼ਨ 75 ਤੋਂ ਲੈ ਕੇ 78 ਤੱਕ ਹੈਗੀਆਂ ਸੀਗੀਆਂ ਕਮਿਸ਼ਨ ਦੇ ਬਾਰੇ, ਆਪਾਂ ਪੜ੍ਹ ਕੇ ਗਿਆ ਸੀਪੀਸੀ ਪੇਪਰ ਨੰਬਰ 6 ਦੇ ਵਿੱਚ। ਜਦੋਂ ਕੋਈ ਵਿਅਕਤੀ ਜਿਹੜਾ ਹੈਗਾ ਆਪ ਕਿਸੇ ਤਰੀਕੇ ਨਾਲ ਨਹੀਂ ਕੋਰਟ ਦੇ ਵਿੱਚ ਪ੍ਰੈਜ਼ੈਂਟ ਹੋ ਸਕਦਾ ਇਨ ਪਰਸਨ, ਠੀਕ ਹੈ, ਤਾਂ ਉਹਦੇ ਲਈ ਕਮਿਸ਼ਨ ਨਿਯੁਕਤ ਕਰ ਦਿੱਤਾ ਜਾਂਦਾ ਹੈ। ਤਾਂ ਪ੍ਰੀਜ਼ਨਸ ਮਤਲਬ ਕਿ ਜੇ ਕਿਸੇ ਰੈਵਨਿਊ ਕੋਰਟ ਦੇ ਵਿੱਚ ਕੋਈ ਕੇਸ ਚੱਲ ਰਿਹਾ ਹੈਗਾ ਜਿੱਥੇ ਕਮਿਸ਼ਨ ਦੀ ਕਿਤੇ ਜ਼ਰੂਰਤ ਪੈਂਦੀ ਹੈ ਨਿਯੁਕਤ ਕਰਨ ਦੀ, ਤਾਂ ਜਿਹੜੀਆਂ ਸੀਪੀਸੀ ਦੀਆਂ ਜਿਹੜੀਆਂ ਧਾਰਾਵਾਂ ਹੈਗੀਆਂ ਨੇ 75 ਤੋਂ 78 ਉਹੀ ਲਾਗੂ ਹੁੰਦੀਆਂ ਨੇ। ਨੈਕਸਟ ਹੈ ਰੂਲ 6 ਐਕਸਪੈਂਸਿਸ ਆਫ ਦਾ ਵਿਟਨੈਸਸ। ਜਿਵੇਂ ਰੈਵਨਿਊ ਸਿਵਲ ਕੋਰਟਾਂ 'ਚ ਕੋਈ ਵਿਟਨੈਸ ਆਉਂਦਾ ਹੈਗਾ, ਵਿਟਨੈਸ ਨੂੰ ਆਉਣ ਜਾਣ ਦਾ ਜਿਹੜਾ ਖਰਚਾ ਵਗੈਰਾ ਦਿੱਤਾ ਜਾਂਦਾ, ਉਸੇ ਤਰ੍ਹਾਂ ਹੀ ਰੈਵਨਿਊ ਕੋਰਟਾਂ ਦੇ ਵਿੱਚ ਵੀ ਵਿਟਨੈਸ ਨੂੰ ਆਉਣ ਜਾਣ ਦਾ ਖਰਚਾ ਜੋ ਵੀ ਐਕਸਪੈਂਸਿਸ ਹੁੰਦਾ ਉਹ ਪੇ ਕੀਤੇ ਜਾਂਦੇ ਆ। ਇਹ ਐਕਸਪੈਂਸਿਸ ਕੌਣ ਪੇ ਕਰਦਾ ਹੈ? ਜਿਸ ਦੇ ਬਿਹਾਫ ਦੇ ਉੱਪਰ ਕੋਈ ਵਿਟਨੈਸ ਆਉਂਦਾ, ਜਿਹਦਾ ਕੋਈ ਗਵਾਹ ਹੁੰਦਾ, ਉਹ ਪਾਰਟੀ ਵੱਲੋਂ ਜਮ੍ਹਾਂ ਕਰਾ ਲਿਆ ਜਾਂਦਾ, ਪੇਮੈਂਟ ਉਹਨੂੰ ਕਰ ਦਿੱਤੀ ਜਾਂਦੀ ਹੈ। ਦਾ ਸਮ ਸੋ ਆਰਡਰਡ ਸ਼ੈਲ ਬੀ ਕਾਸਟ ਇਨ ਦਾ ਪ੍ਰੋਸੀਡਿੰਗ। ਇਹ ਜਿਹੜੀ ਹੈਗੀ ਹੈ ਇੱਦਾਂ ਦਾ ਜਿਹੜਾ ਸਮ ਹੁੰਦਾ, ਇਹਦੇ ਅਮਾਊਂਟ ਹੁੰਦੀ ਆ, ਉਹ ਪ੍ਰੋਸੀਡਿੰਗ ਜਿਹੜੀ ਕਾਸਟ ਹੁੰਦੀ ਆ ਉਹਦੇ ਵਿੱਚ ਇਨਕਲੂਡ ਹੋ ਜਾਂਦਾ ਹੈ ਜਦੋਂ ਕਾਸਟ ਪਾਈ ਜਾਂਦੀ ਹੈ ਥੱਲੇ ਲਾਸਟ ਵਿੱਚ। ਰੂਲ 7 'ਚ ਕੀ ਕਿਹਾ? ਰਿਕਾਰਡ ਆਫ ਅਦਰ ਪ੍ਰੋਸੀਡਿੰਗਸ ਅੰਡਰ ਟੈਨੈਂਸੀ ਐਕਟ। In the proceedings before the revenue officer under the Punjab Tenancy Act, the revenue officer shall make with his own hand a brief memorandum of the statement। ਜਦੋਂ ਕਿਸੇ ਦੀ ਸਟੇਟਮੈਂਟ ਲੈਣੀ ਹੈ, ਕਿਸੇ ਗਵਾਹ ਦੀ ਸਟੇਟਮੈਂਟ ਹੈ, ਕਿਸੇ ਪਾਰਟੀ ਦੀ ਸਟੇਟਮੈਂਟ ਲੈਣੀ ਹੈ, ਕਿਸੇ ਵਿਟਨੈਸ ਦੀ ਲੈਣੀ ਹੈ, ਤਾਂ ਮਤਲਬ ਕਿ ਹੁਣ ਸਿਸਟਮ ਚੇਂਜ ਹੋ ਗਿਆ। ਪਹਿਲਾਂ ਮਤਲਬ ਕਿ ਕਿਹਾ ਗਿਆ ਸੀ ਲਾਅ ਦੇ ਵਿੱਚ ਵੀ ਤੁਸੀਂ ਆਪਦੇ ਹੱਥ ਨਾਲ ਜਿਹੜੀ ਹੈਗੀ ਹੈ ਸਟੇਟਮੈਂਟ ਨੋਟ ਕਰਨੀ ਹੈ। ਰੂਲ 9 'ਚ ਕਿਹਾ ਅਪੋਰਸ਼ਨਮੈਂਟ ਐਂਡ ਰਿਕਵਰੀ ਆਫ ਦਾ ਕਾਸਟ। ਜਦੋਂ ਕੋਈ ਕਿਸੇ ਕੇਸ ਦੇ ਵਿੱਚ ਕੋਈ ਡਿਗਰੀ ਪਾਸ ਕੀਤੀ ਜਾਂਦੀ ਹੈ, ਡਿਗਰੀ ਪਾਸ ਕਰਨ ਵੇਲੇ ਜਿਹੜੀ ਕੋਈ ਕਾਸਟ ਪਾਈ ਜਾਂਦੀ ਹੈ, ਉਹ ਕਾਸਟ ਜਿਹੜੀ ਹੈਗੀ ਹੈ ਉਹ ਰੈਵਨਿਊ ਆਫਿਸਰ ਵੱਲੋਂ ਨਾਲ ਦੀ ਨਾਲ ਡਿਵਾਈਡ ਕੀਤੀ ਜਾਂਦੀ ਹੈ ਵੀ ਕਿਹੜੀ ਪਾਰਟੀ ਪੇ ਕਰੇਗੀ, 50-50 ਕਰੇਗੀ ਜਾਂ ਪਾਰਟੀ ਐਪਲੀਕੈਂਟ ਕਰੇਗਾ ਜਾਂ ਡਿਫੈਂਡੈਂਟ ਕਰੇਗਾ, ਠੀਕ ਹੈ, ਉਹਦੇ ਬਾਰੇ ਫੈਸਲਾ ਕਰਤਾ ਜਾਂਦਾ ਨਾਲ ਹੀ। ਰੂਲ 10 'ਚ ਕੀ ਕਿਹਾ ਗਿਆ? ਐਗਜ਼ੀਕਿਊਸ਼ਨ ਆਫ ਦਾ ਆਰਡਰ ਆਫ ਦਾ ਐਜੈਕਟਮੈਂਟ। ਜਦੋਂ ਐਜੈਕਟਮੈਂਟ ਦੇ ਆਰਡਰ ਨੇ ਉਹਦੀ ਐਗਜ਼ੀਕਿਊਸ਼ਨ ਕੀਤੀ ਜਾਂਦੀ ਹੈ। ਆਰਡਰ ਆਫ ਦਾ ਐਜੈਕਟਮੈਂਟ and delivery of the possession of the immovable property shall be enforced in the manner provided in the CPC। ਜਿਵੇਂ CPC ਦੇ ਵਿੱਚ ਜੋ ਪ੍ਰੋਸੀਜਰ ਦੱਸਿਆ ਗਿਆ ਹੈਗਾ ਆਪਾਂ ਪੜ੍ਹ ਕੇ ਗਏ ਸੀਗੇ, ਠੀਕ ਹੈ। ਜਦੋਂ ਕੋਈ CPC ਵੱਲੋਂ CPC ਦੇ ਵਿੱਚ ਸਿਵਲ ਕੋਰਟ ਵੱਲੋਂ ਕੋਈ ਡਿਗਰੀ ਆਉਂਦੀ ਹੈ, ਕਬਜ਼ਾ ਕਾਰਵਾਈ ਆਉਂਦੀ ਹੈ, ਜਿਵੇਂ ਰੈਵਨਿਊ ਕੋਰਟ ਆਪਾਂ ਕਰਦੇ ਹਾਂ, ਮਤਲਬ ਕਿ ਇਹ ਕਬਜ਼ਾ ਕਾਰਵਾਈ ਕਰਨੀ ਹੈ, ਬੋਲੀ ਕਰਨੀ ਹੈ, ਹੋਰ ਵੀ ਕਰਨਾ ਜੋ ਵੀ, ਉਹ CPC ਦੀ ਜਿਹੜੀ ਤਰ੍ਹਾਂ ਜੋ ਪ੍ਰੋਸੀਜਰ ਹੈਗਾ ਉਹ ਅਡਾਪਟ ਕੀਤਾ ਜਾਂਦਾ ਹੈ। And in enforcing of these orders, revenue officer shall have all the powers in regard to the contempts। ਤਾਂ ਜੇ ਕੋਈ ਰੈਵਨਿਊ ਆਫਿਸਰ ਵੱਲੋਂ ਕੋਈ ਕੰਮ ਕੀਤਾ ਜਾਂਦਾ, ਰੈਵਨਿਊ ਅਧਿਕਾਰੀਆਂ ਵੱਲੋਂ, ਕਰਮਚਾਰੀਆਂ ਵੱਲੋਂ ਕੋਈ ਕੰਮ ਕੀਤਾ ਜਾਂਦਾ ਕਿਸੇ ਕੋਰਟ ਨੂੰ ਕਿਸੇ ਡਿਗਰੀ ਨੂੰ, ਜਿਵੇਂ ਕਿ ਸਿਵਲ ਕੋਰਟ ਦੀ ਡਿਗਰੀ ਨੂੰ ਲਾਗੂ ਕਰਦੇ ਵੇਲੇ
कोई व्यक्ति ਰੈਵਨਿਊ ਆਫੀਸਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦਾ, ਕੰਟੈਂਪਟ ਨਹੀਂ ਫਾਈਲ ਕਰ ਸਕਦਾ। ਇਸੇ ਤਰੀਕੇ ਇਸ ਕੇਸ ਦੇ ਵਿੱਚ ਵੀ ਜਦੋਂ ਕੋਈ ਕਬਜ਼ਾ ਕਾਰਵਾਈ ਕੀਤੀ ਜਾਂਦੀ ਹੈ ਰੈਵਨਿਊ ਆਫੀਸਰ ਵੱਲੋਂ, ਤਾਂ ਉਹਦੇ ਵਿੱਚ ਵੀ ਕੀ ਕਿਹਾ ਹੈਗਾ, ਕੰਟੈਂਪਟ ਵਗੈਰਾ ਕੋਈ ਪਾਰਟੀ ਨਹੀਂ ਫਾਈਲ ਕਰ ਸਕਦੀ। ਨੈਕਸਟ ਹੈਗਾ ਰੂਲ ਨੰਬਰ 11 ਆਰਬੀਟ੍ਰੇਸ਼ਨ। ਆਰਬੀਟ੍ਰੇਸ਼ਨ ਕੀ ਹੈ, ਆਪਾਂ ਪਹਿਲਾਂ ਪੜ੍ਹ ਕੇ ਗਏ ਹਾਂ, ਪੰਜਾਬ ਲੈਂਡ ਐਕਟ ਦੇ ਵਿੱਚ ਪੜ੍ਹਿਆ ਸੀਗਾ। ਆਰਬੀਟ੍ਰੇਸ਼ਨ ਜਦੋਂ ਕੋਈ ਮਾਮਲਾ ਰੈਵਨਿਊ ਕੋਰਟ ਨੂੰ ਲੱਗਦਾ ਹੈ ਵੀ ਇਹ ਦੋ ਧਿਰਾਂ ਦਾ ਆਪਸੀ ਸਮਝੌਤਾ ਹੋ ਸਕਦਾ ਹੈ, ਠੀਕ ਹੈ, ਸਮਝੌਤਾ ਹੋਣ ਦੀ ਖਾਤਰ ਫਿਰ ਕਿਸੇ ਸਾਲਸ ਨਿਯੁਕਤ ਕਰ ਦਿੱਤਾ ਜਾਂਦਾ ਹੈ, ਸਾਲਸ ਨਿਯੁਕਤ ਕਰ ਦਿੱਤਾ ਜਾਂਦਾ ਹੈ, ਤਾਂ ਕਿ ਜਿਹੜਾ ਸਾਲਸ ਹੈਗਾ ਉਹ ਆਪਣੇ ਪੱਧਰ ਤੇ ਦੋਹਾਂ ਧਿਰਾਂ ਨੂੰ ਸਮਝਾ ਬੁਝਾ ਕੇ ਜਿਹੜਾ ਹੈਗਾ ਫੈਸਲਾ ਕਰਕੇ ਉਹ ਪਾਰਟੀਆਂ ਨੂੰ ਦੱਸ ਦਿੱਤਾ ਜਾਵੇ, ਤਾਂ ਫਿਰ ਉਹਦੇ ਮੁਤਾਬਕ ਜਿਹੜਾ ਰੈਵਨਿਊ ਆਫੀਸਰ ਵੱਲੋਂ ਫੈਸਲਾ ਕਰਤਾ ਹੈ। ਇਹਦੇ ਵਿੱਚ ਵੀ ਕਿਹਾ ਗਿਆ ਦਾ ਪ੍ਰੋਵੀਜ਼ਨਸ ਦਾ ਲੈਂਡ ਰੈਵਨਿਊ ਐਕਟ 1887 ਉਹੀ ਟੈਨੈਂਸੀ ਐਕਟ ਦੇ ਜੋ ਅਪਲਾਈ ਹੋਣਗੀਆਂ, ਜਿਹੜੀਆਂ ਲੈਂਡ ਰੈਵਨਿਊ ਐਕਟ ਦੇ ਜੋ ਅਪਲਾਈ ਹੁੰਦੀਆਂ ਨੇ ਆਰਬਿਟ੍ਰੇਸ਼ਨ ਦੇ ਸੰਬੰਧੀ। ਲੈਂਗੁਏਜ ਆਫ ਦਾ ਰੈਵਨਿਊ ਕੋਡ, ਲੈਂਗੁਏਜ ਆਫ ਦਾ ਰੈਵਨਿਊ ਕੋਡ ਕੀ ਹੈ, ਲੋਕਲ ਲੈਂਗੁਏਜ ਹੁੰਦੀ ਹੈ ਪੰਜਾਬੀ, ਹਿੰਦੀ ਦਾ ਲੈਂਗੁਏਜ, ਚਲੋ ਕਿ ਹਿੰਦੀ, ਦੇਵਨਾਗਰੀ ਹਿੰਦੀ, ਰੀਜਨ ਪੰਜਾਬੀ, ਇੰਡਾ ਗੁਰਮੁਖੀ। ਪੰਜਾਬੀ ਬੋਲਦੇ ਇਲਾਕਿਆਂ ਦੇ ਵਿੱਚ ਪੰਜਾਬੀ ਜੀ, ਦੂਜਿਆਂ 'ਚ ਜਿੱਥੇ ਹਿੰਦੀ ਬੋਲੀ ਜਾਂਦੀ ਹਿੰਦੀ, ਚੰਡੀਗੜ੍ਹ ਵਗੈਰਾ 'ਚ ਕਿਹਾ ਵੀ ਇੰਗਲਿਸ਼ ਦੀ ਯੂਜ਼ ਕੀਤੀ ਜਾਂਦੀ ਹੈ। ਲੈਂਗੁਏਜ ਆਫ ਦਾ ਰੈਵਨਿਊ ਕੋਡ ਰੂਲ 13 ਕੀ ਹੈਗਾ, ਅਮੈਂਡਮੈਂਟ ਮੇਡ ਬਾਈ ਦਾ ਹਰਿਆਣਾ ਹੈ, ਹਰਿਆਣਾ ਦੀ ਅਮੈਂਡਮੈਂਟ ਨੇ, ਛੱਡ ਦੋ ਅੱਗੇ। 14 'ਚ ਆ ਜਾਓ, 14 ਪ੍ਰੋਸੈਸ ਆਫ ਦਾ ਅਰੈਸਟ ਨਾਟ ਟੂ ਬੀ ਇਸ਼ੂ ਬਿਟਵੀਨ ਸਰਟਨ ਡੇਟਸ। ਇੱਥੇ ਜਦੋਂ ਕਿਤੇ ਗੱਲ ਆਉਂਦੀ ਹੈ ਵੀ ਕਿਸੇ ਨੂੰ ਅਰੈਸਟ ਕਰਨਾ ਹੈਗਾ, ਟੈਨੈਂਟ ਨੂੰ ਜਾਂ ਕਿਸੇ ਐਗਰੀਕਲਚਰਿਸਟ ਨੂੰ, ਠੀਕ ਹੈ, ਉੱਥੇ ਰੂਲ 14 'ਚ ਕਿਹਾ ਗਿਆ ਹੈਗਾ ਵੀ ਜਦੋਂ ਹਾੜੀ ਦੀ ਫਸਲ ਆਉਂਦੀ ਹੈ ਜਾਂ ਸਾਉਣ ਦੀ ਫਸਲ ਦੀ ਕਟਾਈ ਹੋ ਰਹੀ ਹੁੰਦੀ ਹੈ, ਕਦੋਂ ਹੋ ਰਹੀ ਹੁੰਦੀ ਹੈ, ਹਾੜੀ ਦੀ ਫਸਲ ਦੀ ਕਟਾਈ ਹੋ ਰਹੀ ਹੁੰਦੀ ਹੈ ਅਪ੍ਰੈਲ ਦੇ ਵਿੱਚ, 1 ਅਪ੍ਰੈਲ ਤੋਂ ਲੈ ਕੇ 31 ਮਈ ਤੱਕ, ਠੀਕ ਹੈ, ਉਦੋਂ ਅਰੈਸਟ ਨਹੀਂ ਕੀਤਾ ਜਾ ਸਕਦਾ ਕਿਸੇ ਲੈਂਡਲੋਰਡ ਨੂੰ ਜਿਹੜਾ ਖੇਤੀ ਕਰਦਾ ਹੋਵੇ ਆਪ, ਜਾਂ ਕਿਸੇ ਟੈਨੈਂਟ ਨੂੰ ਜਿਹੜਾ ਆਪ ਖੇਤੀ ਕਰਦਾ ਹੋਵੇ। ਇਸੇ ਤਰੀਕੇ ਜਿਹੜੀ ਸਾਉਣ ਦੀ ਫਸਲ ਦਾ ਸਮਾਂ ਹੁੰਦਾ ਹੈ ਉਹ ਹੁੰਦਾ 15 ਸਤੰਬਰ ਤੋਂ ਲੈ ਕੇ 15 ਨਵੰਬਰ ਤੱਕ, ਠੀਕ ਹੈ। ਇਸ ਪੀਰੀਅਡ ਦੇ ਦੌਰਾਨ ਕਿਸੇ ਵੀ ਐਗਰੀਕਲਚਰਿਸਟ ਨੂੰ ਜਿਹੜਾ ਹੈਗਾ ਅਰੈਸਟ ਨਹੀਂ ਕੀਤਾ ਜਾ ਸਕਦਾ। ਰੂਲ 15 ਦੇ ਵਿੱਚ ਕੀ ਹੈ, ਕੰਟੈਂਟਸ ਆਫ ਦਾ ਐਪਲੀਕੇਸ਼ਨ ਫਾਰ ਦਾ ਇਸ਼ੂ ਆਫ ਦਾ ਨੋਟਿਸਸ ਆਫ ਦਾ ਐਜੈਕਟਮੈਂਟ। ਜਦੋਂ ਕੋਈ ਐਜੈਕਟਮੈਂਟ ਦਾ ਨੋਟਿਸ ਜਾਰੀ ਕਰਨਾ ਹੈ, ਠੀਕ ਹੈ, ਕਿਸੇ ਅਦਾਲਤ ਨੇ, ਤਾਂ ਉਹਦੇ ਕੰਟੈਂਟਸ ਕੀ ਹੋਣੇ ਚਾਹੀਦੇ ਨੇ, ਉਹਦੇ ਕੰਟੈਂਟਸ ਕਿਹਨੇ ਬੰਦੇ ਨੇ ਐਪਲੀਕੇਸ਼ਨ ਦਿੱਤੀ ਹੈ, ਠੀਕ ਹੈ, ਕਿਹਨੂੰ ਨੋਟਿਸ ਜਾ ਰਿਹਾ ਹੈ, ਉਹਦਾ ਨਾਮ, ਠੀਕ, ਅਦਾਲਤ ਦਾ ਨਾਮ ਲਿਖਿਆ ਜਾਂਦਾ ਹੈ, ਰੈਵਨਿਊ ਆਫੀਸਰ ਕਿਹੜਾ ਹੈਗਾ ਉਹਦੀ ਅਦਾਲਤ ਦਾ ਨਾਮ ਲਿਖਿਆ ਜਾਂਦਾ ਹੈ, ਐਪਲੀਕੈਂਟ ਦਾ ਨਾਮ ਲਿਖਿਆ ਜਾਂਦਾ ਹੈ, ਜਿਹਨੂੰ ਨੋਟਿਸ ਜਾ ਰਿਹਾ ਉਹਦਾ ਨਾਮ ਲਿਖਿਆ ਜਾਂਦਾ ਹੈ, ਤੇ ਫਿਰ ਖੇਤ ਜ਼ਮੀਨ ਕਿਹੜੀ ਹੈ, ਕਿਸ ਜ਼ਮੀਨ ਦੇ ਰਿਗਾਰਡਿੰਗ ਜਿਹੜਾ ਹੈ ਨੋਟਿਸ ਭੇਜਿਆ ਜਾ ਰਿਹਾ ਹੈ, ਜਾਂ ਫਿਰ ਉਹਦੇ ਵੱਲ ਕੋਈ ਬਕਾਇਆ ਹੈਗਾ ਉਹਦੀ ਅਮਾਊਂਟ ਦੱਸ ਦਿੱਤੀ ਜਾਂਦੀ ਹੈ। ਇਹ ਕੰਟੈਂਟਸ ਹੁੰਦੇ ਆ ਐਪਲੀਕੇਸ਼ਨ ਦੇ। ਇਹਦੇ ਨਾਲ ਕੀ ਹੈਗਾ, ਜਮ੍ਹਾਂਬੰਦੀ ਦੀ ਕਾਪੀ ਨਾਲ ਲਗਾਈ ਜਾਂਦੀ ਹੈ, ਠੀਕ ਹੈ। ਜੇ ਜਮ੍ਹਾਂਬੰਦੀ ਤੋਂ ਬਾਅਦ ਕੋਈ ਜਮ੍ਹਾਂਬੰਦੀ ਤਬਦੀਲੀ ਆ ਗਈ ਹੋਵੇ ਤਾਂ ਫਿਰ ਨਾਲ ਖਾਸਾ ਗਰਦਾਵਰੀ ਦੀ ਕਾਪੀ ਵੀ ਲਗਾਈ ਜਾਂਦੀ ਹੈ। ਇਹ ਜਿਹੜੀਆਂ ਦੋਹੇ ਕਾਪੀਆਂ ਹੁੰਦੀਆਂ ਨੇ, ਜਮ੍ਹਾਂਬੰਦੀ ਹੋਵੇ ਜਾਂ ਗਰਦੌਰੀ ਹੋਵੇ, ਇਹ ਪਟਵਾਰੀ ਹਲਕਾ ਵੱਲੋਂ ਟੈਸਟ ਕਰਾ ਕੇ ਹੀ ਨਾਲ ਲਗਾਈਆਂ ਜਾਂਦੀਆਂ ਨੇ ਐਪਲੀਕੇਸ਼ਨ ਦੇ ਨਾਲ, ਤਾਂ ਕਿ ਰੈਵਨਿਊ ਆਫਿਸਰ ਨੂੰ ਵੀ ਪਤਾ ਲੱਗ ਜਾਵੇ ਵੀ ਜਿਹੜਾ ਅਸੀਂ ਨੋਟਿਸ ਭੇਜਣਾ ਹੈ, ਕੰਟੈਂਟਸ ਆਫ ਦਾ ਐਪਲੀਕੇਸ਼ਨ ਫਾਰ ਦਾ ਇਸ਼ੂ ਆਫ ਨੋਟਿਸ। ਜਦੋਂ ਨੋਟਿਸ ਭੇਜਣਾ ਕਿਸੇ ਵਿਅਕਤੀ ਨੂੰ ਤਾਂ ਐਪਲੀਕੇਸ਼ਨ ਤੋਂ ਹਰ ਗੱਲ ਦਾ ਪਤਾ ਲੱਗਣਾ ਚਾਹੀਦਾ ਹੈ ਵੀ ਕਿਸ ਜ਼ਮੀਨ ਦੇ ਨਾਲ, ਕਿਹੜੇ ਨੰਬਰ ਖਸਰਾ ਦੇ ਨਾਲ, ਕਿਹੜੀ ਖੇਵੜ ਦੇ ਨਾਲ, ਠੀਕ ਹੈ। ਇਹ ਜਿਹੜਾ ਨੋਟਿਸ ਹੈਗਾ ਸੰਬੰਧਿਤ ਹੈਗਾ, ਅਰਜੀ ਜਿਹੜੀ ਸੰਬੰਧਿਤ ਹੈਗੀ, ਤਾਂ ਕਿ ਕੰਸਰਨਡ ਪਰਸਨ ਨੂੰ ਪ੍ਰੋਪਰ ਨੋਟਿਸ ਭੇਜਿਆ ਜਾ ਸਕੇ। ਰੂਲ 16 'ਚ ਕੀ ਹੈਗਾ, ਅਪੀਅਰੈਂਸ ਆਫ ਦਾ ਪਲੀਡਰਸ and Mukhtiars in the proceedings before the Financial Commissioner. Every such pleader or Mukhtiar is duly authorized to appear. ਕੋਈ ਵੀ ਮੁਖਤਿਆਰ ਜਾਂ ਵੀ ਕੋਈ ਵੀ ਜਿਹੜਾ authorized person ਹੈਗਾ ਉਹ ਪੇਸ਼ ਹੋ ਸਕਦਾ ਹੈ ਫਾਈਨੈਂਸ਼ੀਅਲ ਕਮਿਸ਼ਨਰ ਦੀ ਕੋਰਟ ਦੇ ਵਿੱਚ, ਪਰ following rules are made by the Financial Commissioner. ਕੁਝ ਰੂਲ ਬਣਾਏ ਗਏ ਨੇ। contents of the appointment, ਐਵਰੀ ਅਪਾਇੰਟਮੈਂਟ ਆਫ ਏ ਪਲੀਡਰ, ਮਤਲਬ ਦੇਖੋ ਜਦੋਂ ਮੁਖਤਿਆਰਨਾਮਾ ਵਗੈਰਾ ਦਿੱਤਾ ਜਾਂਦਾ ਕਿਸੇ ਵਿਅਕਤੀ ਵੱਲੋਂ ਕਿਸੇ ਵਕੀਲ ਨੂੰ, ਤਾਂ ਮੁਖਤਿਆਰਨਾਮੇ ਦੀ ਕਾਪੀ ਜਾਂ ਪਾਵਰ ਅਟਾਰਨੀ ਹੈ ਜਾਂ ਫਿਰ ਵਕਾਲਤਨਾਮਾ ਹੈਗਾ, ਉਹ ਜਿਹੜਾ ਡਾਕੂਮੈਂਟ ਹੈਗਾ ਕੋਰਟ ਵਿੱਚ ਲੱਗਣਾ ਚਾਹੀਦਾ ਹੈ, ਤਾਂ ਕਿ ਕੋਰਟ ਨੂੰ ਇਹ ਪਤਾ ਲੱਗੇ ਵੀ ਕਿਹੜਾ ਵਿਅਕਤੀ ਕਿਸ ਦੇ ਬਿਹਾਫ ਤੇ ਕੋਰਟ ਦੇ ਵਿੱਚ ਪੇਸ਼ ਹੋਵੇਗਾ, ਠੀਕ ਹੈ। ਜਦੋਂ ਕੋਈ ਵਿਅਕਤੀ ਪੇਸ਼ ਹੁੰਦਾ ਹੈ, ਜੇ ਮੁਖਤਿਆਰਨਾਮਾ ਵਾਲਾ ਪੇਸ਼ ਹੁੰਦਾ ਤਾਂ ਉਹਦੇ ਕੋਲ ਆਪਦੀ ਆਇਡੈਂਟੀਫਿਕੇਸ਼ਨ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਇੱਕ ਹੈਗਾ ਸਬ ਰੂਲ B ਦੇ ਵਿੱਚ, proof of agent's power to act on behalf of his principal। ਜੇ ਕੋਈ ਜਿਹੜਾ ਵਿਅਕਤੀ ਪੇਸ਼ ਹੋ ਰਿਹਾ ਤਾਂ ਉਹਦੇ ਕੋਲ ਕਿਸ ਬਿਹਾਫ ਤੇ ਪੇਸ਼ ਹੋ ਰਿਹਾ, ਉਹਦੇ ਕੋਲ ਕੀ ਅਥਾਰਟੀ ਹੈਗੀ ਹੈ, ਉਹ ਅਥਾਰਟੀ ਲੈਟਰ ਵਗੈਰਾ ਉਹਦੇ ਕੋਲ ਹੋਣਾ ਚਾਹੀਦਾ ਹੈ। ਰੂਲ 70 'ਚ ਕਿਹਾ ਗਿਆ, ਕੰਟੈਂਟਸ ਆਫ ਦਾ ਐਪਲੀਕੇਸ਼ਨ ਫਾਰ ਦਾ ਰਿਵੀਜ਼ਨ
ਸੇਮ ਜਿਵੇਂ ਉੱਪਰ ਆਪਾਂ ਐਪਲੀਕੇਸ਼ਨ ਫਾਰ ਦਾ ਨੋਟਸ ਦੀ ਗੱਲ ਕੀਤੀ ਸੀ ਤੇ ਜੇ ਕੋਈ ਵਿਅਕਤੀ ਰਿਵੀਜ਼ਨ ਪਾਉਣਾ ਚਾਹੁੰਦਾ ਹੈ, ਐਪਲੀਕੇਸ਼ਨ ਕਿਸੇ ਆਰਡਰ ਹੋ ਗਿਆ ਉਹਦੀ ਰਿਵਾਈਜ਼ ਕਰਾਉਣਾ ਚਾਹੁੰਦਾ ਹੈ, ਠੀਕ ਹੈ, ਤਾਂ ਉਹਦੇ ਕੰਟੈਂਟਸ ਕੀ ਹੋ ਸਕਦੇ ਨੇ? ਉਹਦੇ ਕੰਟੈਂਟਸ ਇਹੀ ਹੋਣਗੇ ਜਿਹੜਾ ਆਰਡਰ ਕੀਤਾ ਪਹਿਲਾਂ ਕੋਈ ਡਿਗਰੀ ਪਾਸ ਹੋਈ ਹੈ, ਉਹ ਕਿਹੜੀ ਕੋਰਟ ਨੇ ਡਿਗਰੀ ਪਾਸ ਕੀਤੀ ਗਈ ਹੈ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਪਾਰਟੀਆਂ ਸੀਗੀਆਂ, ਕੀ ਡਿਗਰੀ ਪਾਸ ਹੋਈ ਹੈਗੀ ਹੈ, ਠੀਕ ਹੈ, ਇਹ ਸਾਰਾ ਡਿਟੇਲ ਪੂਰੀ ਦੇ ਕੇ ਹੀ ਫਿਰ ਅੱਗੇ ਜਿਵੇਂ ਆਪਾਂ ਲੈਂਡ ਰੈਵਨਿਊ ਐਕਟ ਪੜ੍ਹਿਆ ਸੀ 90 ਦਿਨਾਂ ਦੇ ਅੰਦਰ ਅੰਦਰ ਦੇਣੀ ਹੁੰਦੀ ਹੈ, ਜੇ ਕੋਈ ਰਿਵਿਊ ਕਰਾਉਣਾ ਆਰਡਰ ਹੈ, ਜੇ ਅਪੀਲ ਫਾਈਲ ਹੋਊਗੀ ਤਾਂ ਰਿਵਿਊ ਨਹੀਂ ਹੋ ਸਕਦੀ। ਇਹ ਸਾਰੀਆਂ ਜੋ ਵੀ ਅਸੀਂ ਡਿਮਾਂਡ ਚਾਹੁੰਦੇ ਹਾਂ, ਰਿਵਿਊ ਕਰਵਾਉਣਾ ਚਾਹੁੰਦੇ ਹਾਂ, ਕਿਸ ਆਰਡਰ ਨੂੰ ਅਸੀਂ ਰਿਵਿਊ ਕਰਵਾ ਰਹੇ ਹੈਗੇ ਆ, ਉਹ ਸਾਰੇ ਦੇ ਸਾਰੇ ਵੇਰਵੇ ਜਿਹੜੇ ਹੈਗੇ ਆ ਪ੍ਰੋਪਰ ਐਪਲੀਕੇਸ਼ਨ 'ਚ ਦਿੱਤੇ ਜਾਂਦੇ ਆ। ਰੂਲ 18 'ਚ ਕੀ ਕਹੇਗਾ? ਟੈਨੈਂਟ ਐਗਜ਼ੈਂਪਟਡ ਫਰੋਮ ਪ੍ਰੋਡਕਸ਼ਨ ਆਫ ਦਾ ਸਰਟੀਫਾਈਡ ਕਾਪੀ। ਕਈ ਵਾਰੀ ਕੀ ਹੁੰਦਾ ਹੈ, ਰਿਕਾਰਡਸ ਇਨ ਸੂਟਸ ਇੰਸਟੀਟਿਊਟਡ ਬਾਈ ਹਿਮ ਅੰਡਰ ਪ੍ਰੀ ਐਗਜ਼ਿਸਟਿੰਗ ਰੂਲਸ 18। ਕੋਈ ਵਿਅਕਤੀ ਜਦੋਂ ਕਿਸੇ ਨੇ ਕੋਈ ਐਪਲੀਕੇਸ਼ਨ ਦੇ ਨਾਲ ਕੋਈ ਸਰਟੀਫਾਈਡ ਕਾਪੀਆਂ ਲਾਣੀਆਂ ਹੁੰਦੀਆਂ ਨੇ, ਪਰ ਉਹਦੇ ਕੋਲ ਸਰਟੀਫਾਈਡ ਕਾਪੀਆਂ ਫਾਰ ਦਾ ਟਾਈਮ ਹੀ ਨਹੀਂ ਹੁੰਦੀਆਂ, ਤਾਂ ਕੋਰਟ ਜਿਹੜੀ ਹੈਗੀ ਉਹਨੂੰ ਐਗਜ਼ੈਂਪਟ ਵੀ ਕਰ ਸਕਦੀ ਹੈ ਸਰਟੀਫਾਈਡ ਕਾਪੀਆਂ ਲਗਾਉਣ ਤੋਂ। exempted from the producing such certified copies in appeals applications for review or revision file or ਚਲੋ ਫਾਰ ਦਾ ਟਾਈਮਿੰਗ ਕੋਰਟ ਵੱਲੋਂ ਜਿਹੜੀ ਹੈਗੀ ਐਗਜ਼ੈਂਪਸ਼ਨ ਕੀਤੀ ਜਾ ਸਕਦੀ ਹੈ ਵੀ ਤੁਸੀਂ ਜਿਹੜੀਆਂ ਕਾਪੀਆਂ ਤੁਹਾਡੇ ਕੋਲ ਹੈਗੀਆਂ ਉਹ ਲਗਾ ਸਕਦੇ ਹੋ ਫਿਲਹਾਲ। ਬਸ ਇੰਨਾ ਹੀ ਹੈ। ਇਹਦੇ ਨਾਲ ਹੀ ਜਿਹੜਾ ਆਪਣਾ ਇਹ ਐਕਟ ਹੈ ਤੇ ਇਹਦੇ ਰੂਲਸ ਨੇ ਇਹ ਖਤਮ ਹੋ ਜਾਂਦੇ ਨੇ। ਪੰਜਾਬ ਟੈਨੈਂਸੀ ਐਕਟ ਤੇ ਇਹਦੇ ਰੂਲਸ ਨੇ ਖਤਮ ਹੋ ਜਾਂਦੇ ਨੇ, ਠੀਕ ਹੈ। ਅੱਜ ਦਾ ਲੈਕਚਰ ਫਿਰ ਆਪਾਂ ਅਸੀਂ ਇੱਥੇ ਹੀ ਖਤਮ ਕਰਾਂਗੇ। ਜੀ ਕਿਸੇ ਦਾ ਕੋਈ ਕੁਐਸਚਨ ਹੈ ਕਰ ਸਕਦਾ ਹੈ ਜੀ। ਤੇ ਨੈਕਸਟ ਪੇਪਰ 3 ਦੇ ਵਿੱਚ ਅਗਲਾ ਹੈਗਾ ਪਾਰਟ ਇਹਦਾ ਸੈਟਲਮੈਂਟ ਮੈਨੂਅਲ ਤੇ ਪੰਜਾਬ ਭੂ ਪ੍ਰਬੰਧਕੀ ਮੈਨੂਅਲ, ਠੀਕ ਹੈ। ਇਸ ਤੋਂ ਬਾਅਦ ਅਸੀਂ ਪੜ੍ਹਾਂਗੇ ਅਗਲੇ ਲੈਕਚਰ ਦੇ ਵਿੱਚ ਪੰਜਾਬ ਸੈਟਲਮੈਂਟ ਮੈਨੂਅਲ। ਪੰਜਾਬ ਸੈਟਲਮੈਂਟ ਮੈਨੂਅਲ ਦੇ ਅੰਤਕਾ 7, 8, 9 ਐਂਡ 21 ਇਹ ਹੈਗੇ ਨੇ। ਇਸ ਤੋਂ ਬਾਅਦ ਅਸੀਂ ਸੈਟਲਮੈਂਟ ਮੈਨੂਅਲ ਪੜ੍ਹਾਂਗੇ। ਅਗਲਾ ਲੈਕਚਰ ਜਿਹੜਾ ਹੋਏਗਾ ਸਾਡੇ ਪੇਪਰ ਨੰਬਰ 3 ਦਾ। ਅੱਜ ਕੋਈ ਕਿਸੇ ਦਾ ਕੋਈ ਕੁਐਸਚਨ ਹੈ ਦੱਸੋ ਜੀ। ਸਰ ਇੱਕ ਜਨਰਲ ਦਾ ਕੁਐਸਚਨ ਹੈ ਜਿਹੜਾ ਰੈਵਨਿਊ ਅਫਸਰ ਸਾਹਿਬ ਸ਼ੇਖ ਗੁਰਦੌਲੀ ਦੇ ਜਿੱਦਾਂ ਕੇਸ ਲੈਂਦੇ ਆ ਉਹ ਮੈਂਸੀ ਐਕਟ ਦੀ ਹੁੰਦੇ ਆ ਜਾਂ ਰੈਵਨਿਊ ਐਕਟ? ਮੈਨੂੰ ਆਵਾਜ਼ ਨਹੀਂ ਸਮਝ ਆਈ ਤੁਹਾਡੀ, ਕੀ ਕਹਿ ਰਹੇ ਹੋ? ਸਰ ਸ਼ੇਖ ਗੁਰਦੌਲੀ ਦੇ ਜਿੱਦਾਂ ਕੇਸ ਹੁੰਦੇ ਆ ਰੈਵਨਿਊ ਅਫਸਰ ਦੀ ਕੋਰਟ ਤੇ। ਹਾਂ, ਕਰੈਕਸ਼ਨ ਆਫ ਦਾ ਗਦਾਵਰੀ। ਹਾਂਜੀ ਕਰੈਕਸ਼ਨ। ਕਰੈਕਸ਼ਨ। ਹਾਂ, ਉਹ ਮੈਂਸੀ ਐਕਟ ਦੇ ਹੁੰਦੇ ਹਾਂਜੀ ਲੈਂਡ ਰੈਵਨਿਊ ਐਕਟ। ਰੈਵਨਿਊ ਐਕਟ। ਲੈਂਡ ਰੈਵਨਿਊ ਐਕਟ। ਹੈਲੋ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਇੱਕ ਇਹ ਦੱਸੋ ਜੀ, ਕੋਈ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਹੈਗੀ ਹੈ ਕੋਈ ਆਪਣਾ ਰਜਿਸਟਰ ਵੱਲੋਂ ਜਿਹੜੀ ਕੋਈ ਰਜਿਸਟਰੀ ਕਰ ਦਿੱਤੀ ਜਾਂਦੀ ਹੈ, ਮੰਨ ਲਓ ਇੰਗਲਿਸ਼ 'ਚ ਲਿਖੀ ਜਾਂਦੀ ਹੈ, ਤਾਂ ਇਹ ਤਾਂ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਉਹਦਾ ਇੰਤਕਾਲ ਵੀ ਇੰਗਲਿਸ਼ 'ਚ ਦਰਜ ਹੋਣਾ ਹੈ, ਉਹ ਤਾਂ ਪੰਜਾਬੀ ਭਾਸ਼ਾ 'ਚ ਦਰਜ ਹੋਊਗਾ? ਨਾ ਕੋਈ ਜ਼ਰੂਰੀ ਨਹੀਂ ਹੈ ਵੀ ਇੰਗਲਿਸ਼ ਦਰਜ ਕਰੀਏ ਅਸੀਂ। ਹਾਂਜੀ ਸਾਡਾ ਜਿਹੜਾ ਰੈਵਨਿਊ ਰਿਕਾਰਡ ਹੈਗਾ ਹਾਂਜੀ ਇਹ ਪਤਾ ਕੀ ਹੈਗਾ, ਇਹ ਸਬ ਰਜਿਸਟਰ ਵੱਲੋਂ ਜਿਹੜੀ ਰਜਿਸਟਰੀ ਕੀਤੀ ਜਾਂਦੀ ਹੈ, ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਉਹ ਪੰਜਾਬੀ 'ਚ ਹੀ ਹੋਵੇ। ਜਿਹੜੀ ਵੀ ਲੈਂਗੁਏਜ ਮਤਲਬ ਕਿ ਟ੍ਰਾਂਸਲੇਸ਼ਨ ਤਦ ਲਗਾਈ ਜਾਂਦੀ ਹੈ ਜਦੋਂ ਜਿਹੜਾ ਰਜਿਸਟਰਿੰਗ ਆਫਿਸਰ ਹੁੰਦਾ ਹੈ ਉਸਨੂੰ ਉਹ ਲੈਂਗੁਏਜ ਨਾ ਆਉਂਦੀ ਹੋਵੇ ਜੀ, ਠੀਕ ਹੈ। ਜੇ ਲੈਂਗੁਏਜ ਨਾ ਆਉਂਦੀ ਹੋਵੇ ਤਦ ਹੀ ਟ੍ਰਾਂਸਲੇਸ਼ਨ ਕਾਪੀ ਲਗਾਈ ਜਾਂਦੀ ਹੈ, ਨਹੀਂ ਕੋਈ ਜ਼ਰੂਰਤ ਨਹੀਂ ਹੁੰਦੀ ਜੀ। ਜੇ ਮਤਲਬ ਕਿ ਰੈਵਨਿਊ ਆਫਿਸਰ ਸੌਰੀ ਜੇ ਰਜਿਸਟਰਿੰਗ ਆਫਿਸਰ ਨੂੰ ਲੈਂਗੁਏਜ ਆਉਂਦੀ ਹੈ ਤਾਂ ਉਹ ਜਿਹੜੀ ਮੇਰੀ ਮਰਜ਼ੀ ਲੈਂਗੁਏਜ ਜਿਹੜੀ ਰਜਿਸਟਰੀ ਪੇਸ਼ ਹੁੰਦੀ ਹੈ ਉਹ ਕਰ ਸਕਦਾ ਹੈਗਾ। ਪਰ ਅੱਗੇ ਜਾ ਕੇ ਜਿਹੜਾ ਰੈਵਨਿਊ ਰਿਕਾਰਡ ਹੈ, ਜਿਹੜਾ ਰੈਵਨਿਊ ਰਿਕਾਰਡ ਸਾਡਾ ਪੰਜਾਬੀ ਦੇ ਵਿੱਚ ਹੈਗਾ, ਅਸੀਂ ਉਸੇ ਰੈਵਨਿਊ ਉਹ ਰਜਿਸਟਰੀ ਨੂੰ ਅਸੀਂ ਪੰਜਾਬੀ ਦੇ ਵਿੱਚ ਇੰਤਕਾਲ ਦਰਜ ਕਰ ਸਕਦੇ ਹਾਂ, ਇੰਤਕਾਲ ਆਪਾਂ ਪੰਜਾਬੀ 'ਚ ਦਰਜ ਕਰਨਾ ਕਿਉਂਕਿ ਆਪਣੇ ਕੋਲ ਤਾਂ ਕੋਈ ਐਸੀ ਪ੍ਰੋਵੀਜ਼ਨ ਨਹੀਂ ਹੈਗੀ ਆਪਾਂ ਇੰਤਕਾਲ ਨੂੰ ਵੀ ਇੰਗਲਿਸ਼ 'ਚ ਦਰਜ ਕਰੀਏ। ਨਹੀਂ ਉਹਦੀ ਪੰਜਾਬੀ ਦੇ ਨਾਲ ਹੀ ਇੰਤਕਾਲ ਦਰਜ ਹੋਏਗਾ, ਤੁਹਾਡਾ ਉਹ 'ਚ ਕੋਈ ਦਿੱਕਤ ਨਹੀਂ ਹੈਗੀ ਜੀ। ਥੈਂਕ ਯੂ ਸਰ। ਓਕੇ ਜੀ, ਓਕੇ ਠੀਕ ਹੈ ਜੀ। ਅੱਜ ਦੀ ਕਲਾਸ ਫਿਰ ਆਪਾਂ ਇੱਥੇ ਖਤਮ ਕਰਦੇ ਹਾਂ। ਕਲਾਸ ਇਜ਼ ਓਵਰ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ, ਥੈਂਕ ਯੂ।